ਤੇ ਬਾਕੀ ਸਾਰਿਆਂ ਨੂੰ ਮਿਊਟ ਕਰਤਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਕੁਝ ਦਿਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਵਾਰਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਅਸੀਂ ਵਡਹੰਸ ਕੀ ਵਾਰ ਦੀ ਵਿਚਾਰ ਆਰੰਭ ਕਰਾਂਗੇ। ਇਹ ਪਾਵਨ ਵਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 585 ਤੋਂ ਆਰੰਭ ਹੁੰਦੀ ਹੈ। ਵਡਹੰਸ ਕੀ ਵਾਰ ਮਹਿਲਾ ਚੌਥਾ। ਲਲਾ ਬਹਿਲੀਮਾ ਕੀ ਧੁਨ ਗਾਵਣੀ। ਲਲਾ ਤੇ ਬਹਿਲੀਮਾ ਕਾਂਗੜੇ ਦੇਸ਼ ਤੇ ਰਾਜਪੂਤ ਜ਼ਿਮੀਂਦਾਰ ਸਨ। ਇੱਕ ਵਾਰੀ ਔੜ ਦੇ ਸਮੇਂ ਲਲਾ ਨੇ ਪੈਦਾਵਾਰ ਦਾ 6ਵਾਂ ਹਿੱਸਾ ਦੇਣਾ ਮੰਨ ਕੇ ਬਹਿਲੀਮੇ ਪਾਸੋਂ ਉਹਦੀ ਕੂਲ ਦਾ ਪਾਣੀ ਲਿਆ, ਪਰ ਫਸਲ ਹੋਣ ਤੇ ਇਕਰਾਰ ਪੂਰਾ ਨਾ ਕੀਤਾ। ਇਸ ਤੇ ਦੋਹਾਂ ਵਿੱਚ ਲੜਾਈ ਹੋ ਪਈ, ਜਿਸ ਵਿੱਚ ਬਹਿਲੀਮਾ ਜਿੱਤ ਗਿਆ। ਇਸ ਸਾਕੇ ਨੂੰ ਢਾਡੀਆਂ ਨੇ ਵਾਰ ਵਿੱਚ ਗਾਵਿਆ, ਜਿਸ ਦੀ ਵਾਰ ਦਾ ਨਮੂਨਾ ਇਹ ਹੈ। ਕਾਲ ਲਲਾਂ ਦੇ ਦੇਸ਼ ਦਾ ਖੋਇਆ ਬਹਿਲੀਮਾ, ਹਿੱਸਾ ਛਟਾ ਮਨਾਏ ਕੇ ਛਲ ਨਹਿਰੋਂ ਦੀਮਾ। ਫਰਾਊਨ ਹੋਏ ਲਲਾ ਨੇ ਰਣ ਮੰਡਿਆ ਧੀਮਾ, ਢੇੜ ਦੂਹੋਂ ਦਿਸ ਮੱਚਿਆ ਸੱਟ ਪਈ ਅਜ਼ੀਮਾ। ਸਿਰ ਧੜ ਡਿੱਗੇ ਖੇਤ ਵਿੱਚ ਜਿਉ ਵਾਹਣ ਧੀਮਾ, ਦੇਖ ਮਾਰੇ ਲਲਾ ਬਹਿਲੀਮ ਨੇ ਰਣ ਮੇ ਤਰਸੀਮਾ। ਤਾਂ ਗੁਰੂ ਜੀ ਨੇ ਇਸ ਵਾਰ ਦੀ ਸੁਰ ਉੱਤੇ ਵਡਹੰਸ ਦੀ ਜਿਹੜੀ ਵਾਰ ਹੈ ਇਸ ਨੂੰ ਗਾਉਣ ਦੀ ਹਿਦਾਇਤ ਕੀਤੀ ਹੈ। ਇਸ ਕਰਕੇ ਇਸ ਧੁਨ ਦੇ ਉੱਤੇ ਇਸ ਵਾਰ ਨੂੰ ਗਾਉਣ ਦੀ ਗੁਰੂ ਜੀ ਨੇ ਹਿਦਾਇਤ ਜਿਹੜੀ ਕੀਤੀ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਪਾਲਣਾ, ਸੰਚਾਲਨ ਔਰ ਲੈਤਾ ਹੁੰਦਾ ਹੈ ਔਰ ਇਹ ਸਾਰਾ ਦਿਸਦਾ ਜਗਤ ਜਿਸ ਪ੍ਰਭੂ ਦਾ ਰੂਪ ਹੈ। ਸਤ ਦਾ ਮਤਲਬ ਉਹ ਸदैव ਹੈ, ਅਬਿਨਾਸ਼ੀ ਹੈ। ਤੇ ਗੁਰਪ੍ਰਸਾਦ ਤੋਂ ਭਾਵ ਕਿ ਐਸੇ ਪ੍ਰਭੂ ਦੀ ਸੂਝ, ਸਮਝ ਔਰ ਮਿਲਾਪ ਗੁਰੂ ਦੀ ਰਹਿਮਤ, ਗੁਰੂ ਦੇ ਗਿਆਨ ਰਾਹੀਂ ਹੁੰਦਾ ਹੈ। ਸ਼ਲੋਕ ਮਹਿਲਾ ਤੀਜਾ। ਸ਼ਬਦ ਰਤੇ ਵਡਹੰਸ ਹੈ, ਸੱਚ ਨਾਮ ਉਰਤਾਰ। ਇਹਨੂੰ ਵਡਹੰਸ ਹੈ ਨਹੀਂ ਪੜਨਾ, ਹੈ ਪੜਨਾ ਬਿੰਦੀ ਲਾ ਕੇ, ਬਹੁਵਚਨੀ ਸ਼ਬਦ ਹੈ। ਸ਼ਬਦ ਰਤੇ ਵਡਹੰਸ ਹੈ, ਸੱਚ ਨਾਮ ਉਰਤਾਰ। ਵਡਹੰਸ ਦਾ ਮਤਲਬ ਵੱਡੇ ਵਿਵੇਕੀ, ਗਿਆਨਵਾਨ ਇਨਸਾਨ। ਉਰ ਦਾ ਮਤਲਬ ਹਿਰਦੇ ਵਿੱਚ। ਗੁਰੂ ਜੀ ਬਚਨ ਕਰਦੇ ਨੇ ਕਿ ਜਿਨ੍ਹਾਂ ਨੇ ਸੱਚੇ ਨਾਮ ਨੂੰ ਭਾਵ ਪ੍ਰਭੂ ਦੇ ਹੁਕਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ, ਜਿਨ੍ਹਾਂ ਦੀ ਸੋਚ ਰੱਬੀ ਰਜ਼ਾ ਦੇ ਵਿੱਚ ਹੈ, ਜਾਂ ਜਿਨ੍ਹਾਂ ਨੇ ਆਪਣੀ ਸੋਚ ਅੰਦਰ ਰੱਬੀ ਹੁਕਮ ਨੂੰ ਧਾਰਨ ਕੀਤਾ ਹੈ, ਗੁਰੂ ਦੇ ਸ਼ਬਦ ਵਿੱਚ ਰੱਤੇ ਹੋਏ ਨੇ, ਗੁਰੂ ਦੇ ਗਿਆਨ ਵਿੱਚ ਰੱਤੇ ਨੇ, ਗੁਰੂ ਦੇ ਸ਼ਬਦ ਨਾਲ ਪਿਆਰ ਕਰਦੇ ਹਨ, ਉਹ ਵੱਡੇ ਵਿਵੇਕੀ ਨੇ। ਵਿਵੇਕੀ ਗਿਆਨਵਾਨ ਕਿਹਨੂੰ ਕਿਹਾ ਜਾ ਸਕਦਾ ਹੈ? ਜੋ ਗੁਰੂ ਦੇ ਸ਼ਬਦ ਵਿੱਚ, ਗੁਰੂ ਦੇ ਗਿਆਨ ਵਿੱਚ ਰੰਗਿਆ ਹੋਇਆ ਹੈ ਔਰ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੋਇਆ ਰੱਬ ਦੇ ਸੱਚੇ ਹੁਕਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ, ਭਾਵ ਕਿ ਗੁਰੂ ਗਿਆਨ ਅਨੁਸਾਰ ਜ਼ਿੰਦਗੀ ਜੀਂਦਾ ਹੈ ਔਰ ਰੱਬੀ ਰਜ਼ਾ ਭਾਣੇ ਦੇ ਵਿੱਚ ਜੀਵਨ ਬਸ਼ਰ ਕਰਦਾ ਹੈ। ਉਹ ਇਨਸਾਨ ਅਸਲ ਵਿਵੇਕੀ ਹੈ, ਅਸਲ ਗਿਆਨਵਾਨ ਹੈ। ਤੇ ਐਸੇ ਇਨਸਾਨ ਕਰਦੇ ਕੀ ਨੇ? ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਨ, ਜਿਨ੍ਹਾਂ ਨੇ ਰੱਬੀ ਹੁਕਮ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ, ਉਹਨਾਂ ਦੇ ਜੀਵਨ ਦੀ ਨਿਸ਼ਾਨੀ ਕੀ ਹੈ? ਸੱਚ ਸੰਗ੍ਰਹਿ ਸਦ ਸੱਚ ਰਹਿ, ਸੱਚੇ ਨਾਮ ਪਿਆਰ। ਸੰਗ੍ਰਹਿ ਦਾ ਮਤਲਬ ਇਕੱਠਾ ਕਰਦੇ ਨੇ, ਸੱਚ ਦਾ ਮਤਲਬ ਸੱਚ ਵਿੱਚ, ਪਿਆਰ ਦਾ ਮਤਲਬ ਪਿਆਰ ਦੇ ਕਾਰਨ। ਤਾਂ ਗੁਰੂ ਜੀ ਸਾਨੂੰ ਬਖਸ਼ਿਸ਼ ਕਰਕੇ ਸਮਝਾ ਰਹੇ ਨੇ ਕਿ ਉਹ ਸੱਚਾ ਨਾਮ ਰੂਪ ਧਨ ਇਕੱਠਾ ਕਰਦੇ ਨੇ, ਭਾਵ ਰੱਬੀ ਗੁਣਾਂ ਨੂੰ ਇਕੱਠਿਆਂ ਕਰਦੇ ਨੇ ਔਰ ਪ੍ਰਭੂ ਦੇ ਸੱਚੇ ਹੁਕਮ ਵਿੱਚ ਪਿਆਰ ਦੇ ਕਾਰਨ ਸੱਚ ਵਿੱਚ ਲੀਨ ਰਹਿੰਦੇ ਨੇ। ਯਾਨੀ ਸੱਚ ਸੰਗ੍ਰਹਿ, ਸੱਚ ਹੀ ਇਕੱਠਾ ਕਰਦੇ ਨੇ, ਸੱਚ ਰਹਿ, ਸੱਚ ਵਿੱਚ ਹੀ ਲੀਨ ਰਹਿੰਦੇ ਨੇ
सच्चे नाम प्यार और सच्चे हुक्म दे अंदर अपनी प्रीत और प्यार पाते। मतलब कि सच्चे हुक्म नाल प्यार होने दे कारण ਉਹ ਸੱਚ ਇਕੱਠਾ ਕਰਦੇ ਨੇ ਔਰ ਸੱਚ ਦੇ ਵਿੱਚ ਰਹਿੰਦੇ ਨੇ, ਭਾਵ ਸਚਿਆਰਤਾ ਵਾਲੀ ਉਹ ਜ਼ਿੰਦਗੀ ਜੀਂਦੇ ਨੇ। ਸਦਾ ਨਿਰਮਲ ਮੈਲ ਨਾ ਲੱਗਈ ਨਦਰ ਕੀਤੀ ਕਰਤਾਰ। ਮਾਨੋ ਕਰਤਾਰ ਨੇ ਉਹਨਾਂ ਉੱਤੇ ਮਿਹਰ ਦੀ ਨਜ਼ਰ ਕੀਤੀ ਹੋਈ ਹੈ, ਇਸ ਕਰਕੇ ਉਹ ਹਮੇਸ਼ਾ ਪਵਿੱਤਰ ਨੇ, ਉਹਨਾਂ ਨੂੰ ਕਦੇ ਵੀ ਮੈਲ ਨਹੀਂ ਲੱਗਦੀ। ਮੈਲ ਨਾ ਲੱਗਣ ਦਾ ਮਤਲਬ ਕਿ ਉਹਨਾਂ ਦੀ ਸੋਚ ਅੰਦਰ ਬਿਲਕੁਲ ਵੀ ਮੈਲ ਨਹੀਂ ਹੈ, ਉਹਨਾਂ ਦੀ ਸੋਚ ਨਿਰਮਲ ਹੈ। ਉਹਨਾਂ ਦੇ ਬੋਲ ਮੈਲ ਤੋਂ ਰਹਿਤ ਸੱਚੇ ਔਰ ਪਿਆਰੇ ਨੇ। ਉਹਨਾਂ ਦੇ ਕਰਮ, ਉਹਨਾਂ ਦਾ ਬਿਹੇਵੀਅਰ ਮੈਲ ਤੋਂ ਰਹਿਤ ਸੱਚਾ ਔਰ ਸੁੱਚਾ ਹੈ। ਉਹ ਅੰਦਰੋਂ ਔਰ ਬਾਹਰੋਂ ਇੱਕੋ ਜਿਹੇ ਨੇ, ਅੰਦਰੋਂ ਵੀ ਨਿਰਮਲ ਨੇ, ਬਾਹਰੋਂ ਵੀ ਨਿਰਮਲ ਨੇ। ਉਹਨਾਂ ਦੇ ਉੱਤੇ ਰੱਬ ਨੇ ਰਹਿਮਤ ਕੀਤੀ ਹੈ। ਯਾਨੀ ਗੁਰੂ ਸਾਹਿਬ ਜੀ ਸਾਨੂੰ ਐਸੀ ਜ਼ਿੰਦਗੀ ਜੀਣ ਵਾਸਤੇ ਪ੍ਰੇਰ ਰਹੇ ਨੇ ਔਰ ਸੱਚੇ ਵਿਵੇਕੀ ਬਣਨ ਦੀ ਪ੍ਰੇਰਨਾ ਦੇ ਰਹੇ ਨੇ ਕਿ ਗਿਆਨਵਾਨ ਮਨੁੱਖ ਉਹੀ ਹੈ ਜੋ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦਾ ਬੇਸ ਬਣਾ ਕੇ ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ ਔਰ ਸੱਚ ਸੰਗ੍ਰਹਿਣ ਕਰਦਾ ਹੈ, ਸੱਚ ਬੋਲਦਾ ਹੈ, ਸੱਚ ਸੁਣਦਾ ਹੈ, ਸੱਚ ਵੇਖਦਾ ਹੈ, ਸੱਚ ਕਮਾਉਂਦਾ ਹੈ। ਉਹ ਰੱਬੀ ਰਹਿਮਤ ਦਾ ਪਾਤਰ ਹੈ। ਨਾਨਕ ਹੋਂ ਤਿਨਕੈ ਬਲਿਹਾਰਣੈ ਜੋ ਅਨਦਿਨ ਜਪਹਿ ਮੁਰਾਰ। ਜਪਹਿ ਦਾ ਮਤਲਬ ਜਪਦੇ ਨੇ। ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਯਾਨੀ ਸਾਂਝ ਪਾਣਾ। ਮੁਰਾਰ ਸ਼ਬਦ ਰੱਬ ਵਾਸਤੇ ਵਰਤਿਆ ਹੈ। ਮੁਰਾਰ ਦਾ ਮਤਲਬ ਜੋ ਮੁਰ ਰਾਖਸ਼ ਦਾ ਵੈਰੀ ਹੈ, ਯਾਨੀ ਜੋ ਪ੍ਰਭੂ ਹੈ ਉਹ ਰਾਖਸ਼ੀ ਬਿਰਤੀਆਂ ਨੂੰ ਖਤਮ ਕਰਨ ਵਾਲਾ ਹੈ। ਜਦੋਂ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੁੰਦੇ ਹਾਂ ਤਾਂ ਸਾਡੀ ਸੋਚ ਵਿੱਚੋਂ, ਸਾਡੇ ਜੀਵਨ ਵਿੱਚੋਂ ਰਾਖਸ਼ੀ ਬਿਰਤੀਆਂ ਖਤਮ ਹੋ ਜਾਂਦੀਆਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਮਨੁੱਖ ਹਰ ਵੇਲੇ ਰੱਬੀ ਗੁਣਾਂ ਦੇ ਨਾਲ ਸਾਂਝ ਪਾਉਂਦੇ ਨੇ, ਰੱਬ ਦੇ ਨਾਲ ਸਾਂਝ ਪਾਉਂਦੇ ਨੇ, ਰੱਬੀ ਰਜਾ ਵਿੱਚ ਤੁਰਦੇ ਨੇ, ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ, ਮੈਂ ਉਹਨਾਂ ਤੋਂ ਵਾਰਨੇ ਸਦਕੇ ਬਲਿਹਾਰ ਔਰ ਕੁਰਬਾਨ ਹਾਂ। ਉਹਨਾਂ ਦਾ ਆਦਰ ਸਤਿਕਾਰ ਕਰ ਰਹੇ ਨੇ ਤੇ ਨਾਲ ਸਾਨੂੰ ਪ੍ਰੇਰਨਾ ਦੇ ਰਹੇ ਨੇ ਕਿ ਐਸੇ ਇਨਸਾਨਾਂ ਦੀ ਸੰਗਤ ਕਰਨੀ ਹੈ ਜੋ ਸਚਿਆਰ ਨੇ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਰਹੇ ਨੇ, ਰੱਬੀ ਰਜਾ ਦੇ ਵਿੱਚ ਜੀਵਨ ਨੂੰ ਬਿਤਾਉਂਦੇ ਨੇ, ਜੋ ਮਨ ਬਚਨ ਕਰਮ ਕਰਕੇ ਸੱਚੇ ਨੇ, ਜੋ ਹਮੇਸ਼ਾ ਗੁਣਾਂ ਦੇ ਧਾਰਨੀ ਨੇ। ਐਸੇ ਇਨਸਾਨਾਂ ਦੀ ਸਾਨੂੰ ਸੰਗਤ ਕਰਨੀ ਚਾਹੀਦੀ ਹੈ। ਐਸੇ ਇਨਸਾਨਾਂ ਦੇ ਨਾਲ ਸਾਨੂੰ ਮਿਲਣਾ ਵਰਤਣਾ ਚਾਹੀਦਾ ਹੈ, ਮੇਲ ਜੋਲ ਬਣਾਉਣਾ ਚਾਹੀਦਾ ਹੈ ਔਰ ਐਸੇ ਇਨਸਾਨਾਂ ਦਾ ਆਦਰ ਮਾਨ ਸਤਿਕਾਰ ਕਰਨਾ ਚਾਹੀਦਾ ਹੈ। ਮਹਿਲਾ ਤੀਜਾ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ। ਇੱਥੇ ਹੁਣ ਹੈ ਨਹੀਂ ਪੜਨਾ, ਇੱਥੇ ਹੈ ਪੜਨਾ, ਕਿਉਂਕਿ ਹੰਸ ਦੇ ਸੱਸੇ ਥੱਲੇ ਔਂਕੜ ਹੈ। ਇਹ ਸਿੰਗੂਲਰ ਸ਼ਬਦ ਹੈ। ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ। ਹੁਣ ਇੱਥੇ ਕਿਸੇ ਪਖੰਡੀ ਦੀ ਗੱਲ ਕਰ ਰਹੇ ਨੇ, ਕਿਉਂਕਿ ਇਸ ਦੁਨੀਆ ਦੇ ਅੰਦਰ ਪਹਿਨਾਵਾ ਜਿਹੜਾ ਹੈ ਨਾ, ਉਹਨੇ ਬਹੁਤ ਵੱਡੇ ਭਰਮ ਭੁਲੇਖੇ ਪੈਦਾ ਕੀਤੇ ਨੇ। ਪਹਿਨਾਵਾ ਜਿਹੜਾ ਹੈ ਉਹਨੂੰ ਧਰਮ ਸਮਝ ਲਿਆ ਜਾਂਦਾ ਹੈ, ਕਿਉਂਕਿ ਜੋ ਧਰਮੀ ਇਨਸਾਨ ਨੇ ਉਹਨਾਂ ਦਾ ਇੱਕ ਪਹਿਨਾਵਾ ਉਹਨਾਂ ਨੇ ਪਹਿਨਿਆ, ਉਹਨਾਂ ਨੇ ਚੰਗੀ ਜ਼ਿੰਦਗੀ ਜੀਵੀ ਤੇ ਕੁਝ ਲੋਕਾਂ ਨੇ ਉਸ ਪਹਿਨਾਵੇ ਨੂੰ ਅਪਣਾ ਲਿਆ ਲੇਕਿਨ ਜੀਵਨ ਨੂੰ ਨਹੀਂ ਅਪਣਾਇਆ। ਇੱਕ ਤਾਂ ਆਪਣੇ ਅੰਦਰ ਧਰਮੀ ਹੋਣ ਦਾ ਭਰਮ ਪੈਦਾ ਕੀਤਾ ਕਿ ਮੈਂ ਧਰਮੀ ਹਾਂ ਕਿਉਂਕਿ ਮੈਂ ਧਰਮੀਆਂ ਵਾਲੇ ਕੱਪੜੇ ਪਾ ਲਏ, ਤੇ ਦੂਜਾ ਲੋਕਾਂ ਦੇ ਅੰਦਰ ਉਹਨੇ ਧਰਮੀ ਹੋਣ ਦਾ ਭਰਮ ਪੈਦਾ ਕੀਤਾ ਕਿ ਮੈਂ ਜਾਂ ਇਸ ਬੰਦੇ ਨੇ ਧਰਮੀ ਲਿਬਾਸ ਪਹਿਨਿਆ ਹੈ ਤਾਂ ਇਹਦਾ ਮਤਲਬ ਇਹ ਧਰਮੀ ਹੀ ਹੋਵੇਗਾ। ਦੂਜਿਆਂ ਦੇ ਅੰਦਰ ਵੀ ਭਰਮ ਪੈਦਾ ਕੀਤਾ, ਆਪਣੇ ਅੰਦਰ ਵੀ ਭਰਮ ਪੈਦਾ ਕੀਤਾ। ਫਿਰ ਐਸੇ ਲੋਕਾਂ ਨੇ ਦੂਜੇ ਲੋਕਾਂ ਨੂੰ ਵੀ ਠੱਗਿਆ, ਇਮੋਸ਼ਨਲ ਬਲੈਕਮੇਲ ਕੀਤਾ, ਆਰਥਿਕ ਔਰ ਮਾਨਸਿਕ ਸ਼ੋਸ਼ਣ ਕੀਤਾ, ਲੋਕਾਂ ਨੂੰ ਧੋਖਾ ਦਿੱਤਾ ਔਰ ਆਪ ਵੀ ਧੋਖੇ ਵਿੱਚ ਹੀ ਮਾਰੇ ਗਏ। ਆਤਮਕ ਮੌਤ ਉਹਨਾਂ ਨੇ ਸਹੇੜ ਲਈ। ਤਾਂ ਗੁਰੂ ਜੀ ਕਹਿੰਦੇ ਨੇ ਮੈਂ ਜਾਣਿਆ ਵਡਹੰਸ ਹੈ। ਕਿਸੇ ਦਾ ਬਾਹਰੀ ਧਾਰਮਿਕ ਪਹਿਨਾਵਾ ਵੇਖ ਕੇ ਔਰ ਉਹਦੀਆਂ ਬਾਹਰਲੀਆਂ ਧਾਰਮਿਕ ਗੱਲਾਂ ਸੁਣ ਕੇ ਗੁਰੂ ਜੀ ਕਹਿੰਦੇ ਨੇ ਭੁਲੇਖਾ ਖਾ ਗਿਆ। ਮੈਂ ਸਮਝਿਆ ਕੋਈ ਵੱਡਾ ਵਿਵੇਕੀ ਹੈ, ਕੋਈ ਵੱਡਾ ਮਹਾਪੁਰਸ਼ ਹੈ, ਵੱਡਾ ਧਰਮੀ ਹੈ, ਤਾਂ ਮੈਂ ਕੀਆ ਸੰਗ, ਤਾਂ ਮੈਂ ਇਹਦਾ ਸੰਗ ਕਰ ਲਿਆ, ਤਾਂ ਮੈਂ ਇਹਦੀ ਸੰਗਤ ਕੀਤੀ।
पर जदों संगत कीतियां नजदीक हो के पता लगा ये तो हंसनी ते बगला है। जे जाना बग बपुड़ा ता जन्म ना देंदी अंग। बपुड़ा दा मतलब विचारा पखंडी मनुख। बगला, बगला दा मतलब, बग बपुड़ा दा मतलब पखंडी मनुख। ਜਿਹੜਾ ਪਖੰਡ ਕਰੇ, ਧੋਖਾ ਲੋਕਾਂ ਨੂੰ ਦੇ, ਉਹਨੂੰ ਆਮ ਕਹਿੰਦੇ ਨੇ ਫਲਾਂ ਬੰਦਾ ਬਗਲਾ ਭਗਤ ਹੈ। ਜੇ ਕੋਈ ਬੇਵਕੂਫ ਬੰਦਾ ਹੋਏ, ਲੋਕ ਕਹਿ ਦਿੰਦੇ ਨੇ ਫਲਾਂ ਬੰਦਾ ਤੇ ਨਿਰਾ ਗਧਾ ਹੈ। ਜਿਹੜਾ ਬੰਦਾ ਐਵੇਂ ਹੀ ਬੋਲਦਾ ਰਹੇ, ਲੋਕ ਕਹਿ ਦਿੰਦੇ ਨੇ ਕਾਂ ਵਾਂਗੂ ਕਾਂ ਕਾਂ ਕਰਦਾ ਰਹਿੰਦਾ। ਤੇ ਜਿਹੜਾ ਬੰਦਾ ਬਾਹਰੀ ਤੌਰ ਤੇ ਧਾਰਮਿਕ ਪਹਿਨਾਵੇ ਪਹਿਨੇ, ਧਰਮ ਦੀਆਂ ਗੱਲਾਂ ਕਰੇ ਤੇ ਲੋਕਾਂ ਦਾ ਆਰਥਿਕ ਮਾਨਸਿਕ ਸ਼ੋਸ਼ਣ ਕਰੇ, ਉਹਨੂੰ ਲੋਕ ਕਹਿੰਦੇ ਨੇ ਬਗਲਾ ਭਗਤ। ਤਾਂ ਗੁਰੂ ਜੀ ਕਹਿੰਦੇ ਨੇ ਜੇ ਜਾਣਾ ਬਗ ਬਪੁੜਾ, ਜੇ ਮੈਂ ਇਹ ਜਾਣਦਾ, ਜੇ ਮੈਨੂੰ ਪਤਾ ਹੁੰਦਾ ਕਿ ਇਹ ਮਨੁੱਖ ਪਖੰਡੀ ਹੈ, ਤਾਂ ਜਨਮ ਨਾ ਦੇਂਦੀ ਅੰਗ। ਜਨਮ ਦਾ ਮਤਲਬ ਜਨਮ ਤੋਂ, ਮੁੱਢ ਤੋਂ, ਸ਼ੁਰੂ ਤੋਂ। ਨਾ ਦੇਂਦੀ ਅੰਗ, ਅੰਗ ਨਾ ਦੇਂਦੀ ਦਾ ਮਤਲਬ ਇਹਦੇ ਕੋਲ ਨਾ ਬਹਿੰਦੀ, ਮੈਂ ਇਹਦਾ ਸਾਥ ਨਾ ਕਰਦੀ। ਤਾਂ ਮੈਂ ਮੁੱਢ ਤੋਂ ਹੀ, ਸ਼ੁਰੂ ਤੋਂ ਹੀ ਇਹਦੇ ਕੋਲ ਨਾ ਬਹਿੰਦੀ, ਇਹਦੀ ਸੰਗਤ ਨਾ ਕਰਦੀ, ਜੇ ਮੈਨੂੰ ਪਤਾ ਹੁੰਦਾ ਵੀ ਇਹ ਬਗਲਾ ਹੈ। ਕਿੰਨੇ ਸਾਰੇ ਲੋਕਾਂ ਦੇ ਜੀਵਨ ਬਰਬਾਦ ਹੋ ਗਏ, ਕਿੰਨੇ ਸਾਰੇ ਲੋਕਾਂ ਦਾ ਜਿਹੜਾ ਸੀ ਧਨ ਲੁੱਟਿਆ ਗਿਆ, ਕਈਆਂ ਸਤਵੰਤੀਆਂ ਦਾ, ਸੱਤ ਵਿਚਾਰੀਆਂ ਦਾ ਲੁੱਟਿਆ ਗਿਆ। ਐਸੇ ਲੋਕਾਂ ਦੇ ਨਾਲ ਸੰਗ ਕਰਨ ਕਰਕੇ, ਜਿਹੜੇ ਬਾਹਰੀ ਤੌਰ ਤੇ ਧਾਰਮਿਕ ਜਾਪਦੇ ਸਨ ਪਰ ਵਾਸਤਵ ਦੇ ਅੰਦਰ ਉਹ ਧਰਮੀ ਨਹੀਂ ਸਨ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਕੇਵਲ ਪਹਿਨਾਵੇ ਦੇ ਉੱਤੇ ਵਿਸ਼ਵਾਸ ਨਾ ਕਰੋ। ਕੇਵਲ ਪਹਿਨਾਵੇ ਦੇ ਨਾਲ ਬੰਦੇ ਦੀ ਜ਼ਿੰਦਗੀ ਦੇ ਅੰਦਰ ਤਬਦੀਲੀਆਂ ਨਹੀਂ ਆਉਂਦੀਆਂ। ਹਾਂ, ਜੇ ਅੰਦਰ ਤਬਦੀਲੀਆਂ ਆ ਜਾਣ ਤਾਂ ਬਾਹਰ ਦਾ ਪਹਿਨਾਵਾ ਆਟੋਮੈਟਿਕਲੀ ਬਦਲ ਜਾਂਦਾ ਹੈ। ਬੰਦਾ ਸਿੰਪਲ ਬਸਤਰ ਪਾਣੇ ਸ਼ੁਰੂ ਕਰ ਦਿੰਦਾ, ਇੱਕ ਵੱਖਰੀ ਗੱਲ ਹੈ। ਲੇਕਿਨ ਪਹਿਨਾਵਾ ਪਹਿਨਣ ਦੇ ਨਾਲ ਕੋਈ ਬੰਦਾ ਬਦਲੇ, ਐਵੇਂ ਨਹੀਂ। ਤਾਂ ਜੇ ਮੈਨੂੰ ਸਮਝ ਹੁੰਦੀ ਕਿ ਇਹ ਵਿਚਾਰਾ ਬਗਲਾ ਹੈ, ਤਾਂ ਮੈਂ ਕਦੇ ਵੀ ਇਹਦੀ ਸੰਗਤ ਨਾ ਕਰਦੀ। ਤਾਂ ਇੱਥੇ ਸਾਨੂੰ ਵਿਵੇਕ ਬੁੱਧ ਵਰਤਨ ਦੀ ਹਿਦਾਇਤ ਕੀਤੀ ਜਾ ਰਹੀ ਹੈ ਕਿ ਗਿਆਨ ਦੀ ਵਰਤੋਂ ਕਰਨੀ ਹੈ, ਬੰਦੇ ਦੇ ਜੀਵਨ ਨੂੰ ਪਰਖਣਾ ਹੈ, ਬੰਦੇ ਦੀ ਸੋਚ ਨੂੰ ਵੇਖਣਾ ਹੈ, ਬਾਹਰੀ ਪਹਿਨਾਵੇ ਨੂੰ ਨਹੀਂ। ਕਿਉਂਕਿ ਮਹਾਨਤਾ ਪਹਿਨਾਵੇ ਦੀ ਨਹੀਂ ਹੁੰਦੀ, ਮਹਾਨਤਾ ਸੋਚ ਦੀ ਹੁੰਦੀ ਹੈ, ਮਹਾਨਤਾ ਕਰਮ ਦੀ ਹੁੰਦੀ ਹੈ। ਮਹਿਲਾ ਤੀਜਾ। ਹੰਸਾਂ ਵੇਖ ਤਰੰਦਿਆਂ ਬੱਗਾਂ ਪੇ ਆਇਆ ਚਾਓ। ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਵੀ ਚਾਅ ਆ ਗਿਆ ਵੀ ਅਸੀਂ ਵੀ ਤਰੀਏ। ਹੁਣ ਹੰਸ ਪਾਣੀ ਦੇ ਅੰਦਰ ਤਰ ਸਕਦਾ ਹੈ, ਬਗਲਾ ਤਰ ਨਹੀਂ ਸਕਦਾ। ਪਰ ਡੂੰਘੇ ਪਾਣੀਆਂ ਦੇ ਅੰਦਰ ਤਾਰੀਆਂ ਲਾਉਂਦੇ ਹੋਏ ਹੰਸਾਂ ਨੂੰ ਵੇਖ ਕੇ ਬਗਲਿਆਂ ਦੇ ਮਨ ਦੇ ਅੰਦਰ ਵੀ ਆਇਆ ਕਿ ਅਸੀਂ ਵੀ ਤਾਰੀਆਂ ਲਾਈਏ। ਗੁਰੂ ਜੀ ਕਹਿੰਦੇ ਨੇ ਡੁੱਬ ਮੂਏ ਬਗ ਬਪੁੜੇ ਸਿਰ ਤਲ ਉੱਪਰ ਪਾਉ। ਇਹਨੂੰ ਪਾਉ ਨਹੀਂ ਪੜਨਾ, ਬਿੰਦੀ ਲਾ ਕੇ ਪਾਉ। ਪਾਉ ਦਾ ਮਤਲਬ ਪੈਰ, ਤਲ ਦਾ ਮਤਲਬ ਹੇਠਾਂ। ਸਿਰ ਤਲ ਉੱਪਰ ਪਾਉ ਦਾ ਮਤਲਬ ਸਿਰ ਹੇਠਾਂ ਤੇ ਪੈਰ ਉਤਾਂ ਨੂੰ, ਯਾਨੀ ਸਿਰ ਪਰਨੇ ਹੋ ਕੇ। ਪਰ ਬਗਲੇ ਵਿਚਾਰੇ ਸਿਰ ਪਰਨੇ ਹੋ ਕੇ ਡੁੱਬ ਕੇ ਮਰ ਗਏ। ਜਦੋਂ ਡੂੰਘੇ ਪਾਣੀ ਵਿੱਚ ਵੜੇ, ਤਰਨਾ ਆਉਂਦਾ ਨਹੀਂ, ਰੀਸ ਕਰ ਲਈ ਤਾਂ ਡੁੱਬ ਕੇ ਮਰ ਗਏ। ਹੁਣ ਇੱਥੇ ਗੱਲ ਕੇਵਲ ਹੰਸਾਂ ਔਰ ਬਗਲਿਆਂ ਦੀ ਨਹੀਂ, ਗੱਲ ਤਾਂ ਇੱਥੇ ਵਿਵੇਕੀ ਬੰਦੇ ਦੀ ਔਰ ਪਖੰਡੀ ਮਨੁੱਖ ਦੀ ਹੈ। ਇੱਕ ਜਿਹੜਾ ਸੱਚਿਆਰ ਇਨਸਾਨ ਹੈ, ਸੱਚੇ ਰਾਹਾਂ ਤੇ ਤੁਰਨ ਵਾਲਾ ਹੈ, ਜਿਸ ਦੇ ਅੰਦਰ ਇਨਸਾਨੀਅਤ ਹੈ, ਦਇਆ ਹੈ, ਪਿਆਰ ਹੈ, ਮੁਹੱਬਤ ਹੈ, ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ, ਗੁਰਮਤ ਆਸ਼ੇ ਅਨੁਸਾਰ ਜਿਸ ਦੀ ਜ਼ਿੰਦਗੀ ਹੈ। ਤੇ ਜੇ ਕੋਈ ਬੰਦਾ ਉਸ ਆਦਮੀ ਵਰਗਾ ਭੇਸ਼ ਬਣਾ ਕੇ ਤੇ ਇਹ ਚਾਹੇ ਕਿ ਮੈਂ ਵੀ ਉੱਚੀਆਂ ਆਤਮਕ ਉਡਾਰੀਆਂ ਲਾਵਾਂ ਔਰ ਮੈਂ ਵੀ ਉਹ ਸੁੱਖ ਆਰਾਮ ਮਾਣਾ, ਇੱਜ਼ਤ ਮਾਣ ਹਾਸਲ ਕਰਾਂ ਜੋ ਇਹ ਅਸਲ ਵਿਵੇਕੀ ਪ੍ਰਾਪਤ ਕਰ ਰਿਹਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਐਸੀ ਫੋਕੀ ਰੀਸ ਕਰਨ ਵਾਲਾ ਬੰਦਾ ਆਤਮਕ ਮੌਤ ਤੇ ਮਰ ਜਾਂਦਾ ਹੈ, ਡੁੱਬ ਜਾਂਦਾ ਹੈ। ਬਾਹਰੋਂ ਤਾਂ ਉਹ ਭੇਖ ਬਣਾ ਲੈਂਦਾ ਹੈ, ਜੀਵਨ ਬਦਲਦਾ ਨਹੀਂ ਔਰ ਆਖਿਰ ਵਿਕਾਰਾਂ ਦੇ ਅੰਦਰ ਡੁੱਬ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਸਗੋਂ ਇੱਕ ਹੋਰ ਕਲੰਕ ਲਵਾ ਲੈਂਦਾ ਹੈ ਕਿ ਧਰਮੀ ਬਣ ਕੇ ਕੀ ਕਰਦਾ ਫਿਰਦਾ ਹੈ। ਤਾਂ ਇਹਦਾ ਮਤਲਬ ਕੇਵਲ ਬਾਹਰੀ ਤੌਰ ਤੇ ਰੀਸ ਕਰਕੇ ਉੱਚੀ ਆਤਮਕ ਅਵਸਥਾ ਹਾਸਲ ਨਹੀਂ ਕੀਤੀ ਜਾ ਸਕਦੀ ਕਿ ਮੈਂ ਕਿਸੇ ਚੰਗੇ ਵਿਦਵਾਨ, ਵਕੀਲ ਵਰਗੇ, ਜੱਜ ਵਰਗੇ ਕੱਪੜੇ ਪਾ ਲਵਾਂ,
ਤਾਂ ਕੱਪੜੇ ਪਾਉਣ ਦੇ ਨਾਲ ਮੈਂ ਜੱਜ ਵਕੀਲ ਥੋੜਾ ਬਣ ਚੱਲਿਆ। ਮੈਂ ਕਿਸੇ ਡਾਕਟਰ ਵਰਗੀ ਵਰਦੀ ਲੈ ਆਵਾਂ ਤੇ ਮੈਂ ਡਾਕਟਰ ਵਾਲੀ ਵਰਦੀ ਪਾ ਕੇ ਤੇ ਮੈਂ ਸਮਝ ਲਵਾਂ ਕਿ ਮੈਂ ਡਾਕਟਰ ਬਣ ਗਿਆ ਤੇ ਮੈਂ ਲੋਕਾਂ ਦੇ ਆਪਰੇਸ਼ਨ ਕਰਾਂ ਤੇ ਮਾਰਾਂਗਾ ਹੀ ਨਾ ਲੋਕਾਂ ਨੂੰ। ਵਰਦੀ ਪਾਉਣ ਨਾਲ ਮੈਂ ਡਾਕਟਰ ਥੋੜੀ ਬਣ ਚੱਲਿਆ। ਤੇ ਡਾਕਟਰ ਵਰਦੀ ਨਾ ਵੀ ਪਾਈ ਹੋਵੇ ਤਾਂ ਵੀ ਉਹ ਇਲਾਜ ਠੀਕ ਕਰੇਗਾ। ਤੇ ਜਿਹੜਾ ਪਖੰਡੀ ਹੋਏਗਾ, ਵਿਖਾਵਾਕਾਰੀ ਹੋਏਗਾ, ਨਕਲੀ ਹੋਏਗਾ, ਉਹ ਵਰਦੀਆਂ ਜਿੰਨੀਆਂ ਮਰਜ਼ੀ ਪਾ ਲਵੇ ਮਹਿੰਗੀਆਂ, ਉਹਨੇ ਨੁਕਸਾਨ ਹੀ ਕਰਨਾ ਨਾ। ਤਾਂ ਇਸ ਤਰ੍ਹਾਂ ਜੋ ਕੇਵਲ ਬਾਹਰੀ ਤੌਰ ਤੇ ਰੀਸ ਕਰਦਾ ਹੈ, ਬਾਹਰੀ ਭੇਖ ਬਣਾਉਂਦਾ ਹੈ, ਉਹ ਆਖਿਰ ਆਤਮਿਕ ਮੌਤ ਤੇ ਮਰ ਜਾਂਦਾ ਹੈ। ਇਸ ਲਈ ਗੁਰੂ ਜੀ ਜੀਵਨ ਦੀ ਮਹਾਨਤਾ, ਸੋਚ ਦੀ ਮਹਾਨਤਾ ਦਰਸਾ ਰਹੇ ਨੇ। ਪੌੜੀ, ਤੂੰ ਆਪੇ ਹੀ ਆਪ ਹੈ, ਆਪ ਕਾਰਨ ਕੀਆ। ਕਾਰਨ ਕੀਆ ਦਾ ਮਤਲਬ ਜਗਤ ਦਾ ਮੁੱਢ ਬੰਨਿਆ, ਸੰਸਾਰ ਦਾ ਮੁੱਢ ਤੂੰ ਆਪ ਹੀ ਬਣਾਇਆ, ਕਿਉਂਕਿ ਇਸ ਤੋਂ ਪਹਿਲਾਂ ਵੀ ਤੂੰ ਆਪ ਸੈਂ, ਹੁਣ ਵੀ ਤੂੰ ਆਪ ਹੈ, ਔਰ ਆਉਣ ਵਾਲੇ ਸਮੇਂ ਵਿੱਚ ਵੀ ਤੂੰ ਆਪ ਹੀ ਹੋਵੇਗਾ। ਜਗਤ ਦਾ ਕਾਰਨ ਵੀ ਤੂੰ ਹੈ, ਜਗਤ ਤੋਂ ਪਹਿਲਾਂ ਵੀ ਤੂੰ ਸੈਂ, ਹੁਣ ਵੀ ਤੂੰ ਹੈ, ਆਉਣ ਵਾਲੇ ਸਮੇਂ ਵਿੱਚ ਵੀ ਤੂੰ ਹੀ ਹੋਵੇਗਾ। ਇਹ ਜਗਤ ਤੇਰੇ ਤੋਂ ਵੱਖਰਾ ਨਹੀਂ ਹੈ। ਜਿਵੇਂ ਗਹਿਣਿਆਂ ਤੋਂ ਪਹਿਲਾਂ ਵੀ ਸੋਨਾ ਸੀ, ਜਦੋਂ ਗਹਿਣੇ ਬਣ ਗਏ ਤਾਂ ਵੀ ਉਹ ਸੋਨਾ ਹੀ ਹੈ, ਤੇ ਜਦੋਂ ਗਹਿਣਿਆਂ ਨੂੰ ਫਿਰ ਕੁਠਾਲੀ ਚ ਪਾ ਕੇ ਗਲਾ ਦਿਓਗੇ ਫਿਰ ਵੀ ਉਹਨੇ ਸੋਨਾ ਹੀ ਰਹਿਣਾ ਹੈ। ਪਾਣੀ ਜਿਹੜਾ ਹੈ ਸਮੁੰਦਰ ਦਾ ਖਲੋਤਾ ਸ਼ਾਂਤ ਖੜਾ, ਹਵਾ ਵਗਣ ਤੋਂ ਪਹਿਲਾਂ ਵੀ ਪਾਣੀ ਸੀ, ਪਰ ਹਵਾ ਚੱਲੀ, ਲਹਿਰਾਂ ਉੱਠੀਆਂ ਤੇ ਉਹ ਲਹਿਰਾਂ ਵੀ ਪਾਣੀ ਨੇ, ਤੇ ਜਦੋਂ ਹਵਾ ਬੰਦ ਹੋ ਜਾਏਗੀ, ਲਹਿਰਾਂ ਸ਼ਾਂਤ ਹੋ ਜਾਣਗੀਆਂ, ਫਿਰ ਵੀ ਪਾਣੀ ਹੀ ਰਹੇਗਾ। ਇਸੇ ਤਰ੍ਹਾਂ ਪਹਿਲਾਂ ਵੀ ਤੂੰ ਸੈਂ, ਹੁਣ ਆ ਸੰਸਾਰ ਹੈ, ਹੁਣ ਵੀ ਤੂੰ ਹੈ। ਇਹ ਸੰਸਾਰ ਆਕਾਰ ਨਹੀਂ ਰਹੇਗਾ, ਫਿਰ ਵੀ ਤੂੰ ਹੀ ਹੋਗਾ। ਤੂੰ ਆਪ ਹੀ ਆਪ ਹੈ, ਸਰਬ ਵਿਆਪਕ ਹੈ। ਤੂੰ ਆਪੇ ਆਪ ਨਿਰੰਕਾਰ ਹੈ, ਉਹ ਅਵਰ ਨਾ ਬੀਆ। ਇਹਨੂੰ ਹੈ ਨਹੀਂ ਪੜਨਾ, ਹੈ ਪੜਨਾ, ਕਿਉਂਕਿ ਸੈਕੰਡ ਪਰਸਨਲ ਗੱਲ ਹੋ ਰਹੀ ਹੈ। ਨਿਰੰਕਾਰ ਦਾ ਮਤਲਬ ਨਿਰਗੁਣ ਰੂਪ, ਜਿਸ ਦਾ ਕੋਈ ਖਾਸ ਰੂਪ ਨਹੀਂ ਹੈ। ਬੀਆ ਦਾ ਮਤਲਬ ਦੂਜਾ, ਕਿ हे ਪ੍ਰਭੂ ਤੇਰਾ ਕੋਈ ਖਾਸ ਰੂਪ ਨਹੀਂ ਜੋ ਮੈਂ ਬਿਆਨ ਕਰਾਂ ਕਿ ਰੱਬ ਐਸ ਬੰਦੇ ਵਰਗਾ ਹੈ, ਰੱਬ ਐਸ ਤਾਰੇ ਵਰਗਾ ਹੈ, ਰੱਬ ਐਸ ਸੂਰਜ ਵਰਗਾ ਹੈ, ਰੱਬ ਐਸ ਰੁੱਖ ਵਰਗਾ ਹੈ, ਰੱਬ ਐਸ ਫੁੱਲ ਵਰਗਾ ਹੈ। ਕਿਹਦੇ ਵਰਗਾ ਕਹਾਂ, ਕਿਉਂਕਿ ਰੱਬ ਦਾ ਕੋਈ ਖਾਸ ਰੂਪ ਨਹੀਂ ਹੈ ਨਾ। ਸੋਹਿਲਾ ਸਾਹਿਬ ਜੀ ਦੀ ਪਾਵਨ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ। ਸਹਿਸ ਤਵ ਨੈਣ, ਨਨ ਨੈਣ ਹੈ ਤੋਹੇ ਕੋ। ਨਨ ਨੈਣ ਹੈ ਦਾ ਮਤਲਬ ਤੇਰੀ ਕੋਈ ਅੱਖ ਨਹੀਂ ਵਿਸ਼ੇਸ਼, ਲੇਕਿਨ ਸਾਰੀਆਂ ਅੱਖਾਂ ਤੇਰੀਆਂ ਹੀ ਨੇ। ਹਜ਼ਾਰਾਂ ਅੱਖਾਂ ਦੇ ਵਿੱਚ ਤੂੰ ਹੀ ਵੇਖ ਰਿਹਾ ਹੈ। ਸਹਿਸ ਮੂਰਤ ਨਨਾ ਇੱਕ ਤੋ ਹੀ, ਤੇਰੀ ਕੋਈ ਇੱਕ ਵਿਸ਼ੇਸ਼ ਮੂਰਤੀ ਨਹੀਂ ਹੈ, ਇੱਕ ਵਿਸ਼ੇਸ਼ ਸਰੀਰ ਨਹੀਂ ਹੈ, ਪਰ ਸਾਰੇ ਸਰੀਰ ਤੇਰੇ ਹੀ ਨੇ। ਕੋਈ ਇੱਕ ਸਰੀਰ ਨਹੀਂ ਹੈ ਤੇਰਾ, ਤੇਰਾ ਕੋਈ ਵਿਸ਼ੇਸ਼ ਪੈਰ ਨਹੀਂ ਹਨ, ਲੇਕਿਨ ਸਾਰੇ ਪੈਰ ਤੇਰੇ ਹੀ ਨੇ। ਤਾਂ हे ਮਾਲਕ, ਤੇਰਾ ਕੋਈ ਖਾਸ ਸਰੂਪ ਨਹੀਂ, ਔਰ ਤੇਰੇ ਵਰਗਾ ਹੋਰ ਇਸ ਦੁਨੀਆ ਵਿੱਚ ਕੋਈ ਨਹੀਂ। ਤੇਰੇ ਤੋਂ ਬਿਨਾ ਇਸ ਦੁਨੀਆ ਵਿੱਚ ਕੋਈ ਹੋਰ ਹੈ ਹੀ ਨਹੀਂ। ਕੋਈ ਅਵਰ ਨਾ ਬੀਆ, ਕੋਈ ਦੂਜਾ ਹੈ ਹੀ ਨਹੀਂ, ਤੂੰ ਹੀ ਤੂੰ ਹੈ। ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰਹਿ ਸੋ ਥੀਆ। ਸ੍ਰਿਸ਼ਟੀ ਦੀ ਉਤਪਤੀ ਕਰਨ ਦੇ ਤੂੰ ਸਮਰੱਥ ਹੈ। ਸਮਰੱਥ ਦਾ ਮਤਲਬ ਤੇਰੇ ਵਿੱਚ ਤਾਕਤ ਹੈ, ਪਾਵਰ ਹੈ, ਸੰਸਾਰ ਨੂੰ ਪੈਦਾ ਕਰਨ ਦੀ, ਸੰਚਾਲਨ ਦੀ, ਖਤਮ ਕਰਨ ਦੀ। ਤੂੰ ਕਰੇ ਸੋ ਥੀਆ, ਜੋ ਕੁਛ ਤੂੰ ਕਰਦਾ ਹੈ ਉਹ ਹੀ ਹੁੰਦਾ ਹੈ। ਤੂੰ ਕਰੇ ਜੋ ਤੂੰ ਕਰਦਾ ਹੈ, ਸੋ ਥੀਆ, ਉਹ ਹੀ ਹੋਇਆ ਹੈ, ਉਹ ਹੀ ਹੁੰਦਾ ਹੈ। ਹੋਰ ਕਿਸੇ ਦਾ ਕੀਤਾ ਕੁਛ ਨਹੀਂ ਹੋ ਸਕਦਾ। ਔਰ ਹਕੀਕਤ ਇਹ ਗੱਲ ਅਸੀਂ ਹਰ ਰੋਜ਼ ਕਲਾਸ ਦੇ ਵਿੱਚ ਵਿਚਾਰ ਰਹੇ ਹਾਂ ਕਿ ਰੱਬੀ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੋ ਸਕਦਾ। ਜੋ ਵੀ ਬੰਦੇ ਨੇ, ਜਿੰਨੀਆਂ ਵੀ ਖੋਜਾਂ ਕੀਤੀਆਂ ਨੇ, ਜਿੰਨਾ ਵੀ ਵਿਕਾਸ ਕੀਤਾ ਹੈ, ਇਹ ਸਭ ਰੱਬੀ ਹੁਕਮ ਦੇ ਅੰਦਰ ਹੈ, ਨਿਯਮਾਵਲੀ ਦੇ ਅੰਦਰ ਹੈ। ਨਿਯਮ ਤੋਂ ਬਾਹਰ ਕੁਛ ਵੀ ਨਹੀਂ ਹੈ, ਨਿਯਮ ਤੋਂ ਬਾਹਰ ਕੁਛ ਵੀ ਨਹੀਂ ਕੀਤਾ ਜਾ ਸਕਦਾ। ਇਸ ਲਈ हे ਮਾਲਕ, ਸਭ ਕੁਛ ਤੇਰੀ ਰਜ਼ਾ ਦੇ ਅੰਦਰ ਹੀ ਹੁੰਦਾ ਹੈ। ਜੋ ਤੂੰ ਕਰਦਾ ਹੈ ਉਹ ਹੀ ਹੁੰਦਾ ਹੈ, ਭਾਵ ਤੇਰੇ ਹੁਕਮ ਦੇ ਅੰਦਰ ਸੰਸਾਰ ਚੱਲਦਾ ਹੈ। ਤੂੰ ਅਣ ਮੰਗਿਆ ਦਾਨ ਦੇਵਣਾ, ਸਭਨਾਹਾਂ ਜੀਆਂ। ਜੀਆ ਨਹੀਂ, ਜੀਆਂ। ਤੂੰ ਸਾਰੇ ਜੀਵਾਂ ਨੂੰ ਉਹਨਾਂ ਦੇ ਮੰਗਣ ਤੋਂ ਬਿਨਾਂ ਹੀ ਸਭ ਦਾਤਾਂ ਦੇ ਰਿਹਾ ਹੈ। ਤੂੰ ਅਣ ਮੰਗਿਆ ਦਾਨ ਦੇਵਣਾ, ਦਾਨ ਦਾ ਮਤਲਬ ਦਾਤਾਂ, ਬਿਨਾਂ ਮੰਗਣ ਤੋਂ। ਅਣ ਮੰਗਿਆ ਦਾ ਮਤਲਬ ਬਿਨਾਂ ਮੰਗਣ ਤੋਂ।
ਸਾਰੇ ਜੀਵਾਂ ਨੂੰ ਬਿਨਾਂ ਮੰਗਣ ਤੋਂ ਹੀ ਤੂੰ ਦਾਤਾਂ ਦੇ ਰਿਹਾ ਹੈ। ਮੰਗਣ ਦੀ ਕੁਝ ਵੀ ਲੋੜ ਨਹੀਂ ਹੈ। ਦੇਖੋ, ਅਸੀਂ ਧਰਤੀ ਨਹੀਂ ਮੰਗੀ, ਚੰਦਰਮਾ ਨਹੀਂ ਮੰਗਿਆ, ਸੂਰਜ ਨਹੀਂ ਮੰਗਿਆ, ਹਵਾ ਨਹੀਂ ਮੰਗੀ, ਪਾਣੀ ਨਹੀਂ ਮੰਗਿਆ। ਇਹ ਸਾਰਾ ਕੁਝ ਬਿਨਾਂ ਮੰਗਣ ਤੋਂ ਹੀ ਤੇ ਮਿਲ ਰਿਹਾ ਹੈ। ਅਸੀਂ ਰੋਜ਼ ਸਵੇਰੇ ਉੱਠ ਕੇ ਥੋੜੀ ਕਹਿੰਦੇ ਆ ਰੱਬਾ ਸੂਰਜ ਚੜਾ, ਤੇ ਫਿਰ ਉਹ ਚੜਾਉਂਦਾ ਹੈ। ਰੱਬਾ ਹੁਣ ਸੂਰਜ ਨੂੰ ਡੁਬੋਤੇ ਹੁਣ 12-14 ਘੰਟੇ ਹੋ ਗਏ, ਸੌਣਾ ਹੈ। ਯਾਨੀ ਸਾਰਾ ਕੁਝ ਕਰੀ ਜਾ ਰਿਹਾ ਨਾ, ਆਟੋਮੈਟਿਕਲੀ ਸਾਰਾ ਕੁਝ ਹੋ ਹੀ ਜਾ ਰਿਹਾ ਹੈ। ਬਿਨਾਂ ਮੰਗਣ ਤੋਂ ਹੀ ਸਾਰਾ ਕੁਝ ਦੇ ਹੀ ਜਾ ਰਿਹਾ ਹੈ। ਹਰ ਸ਼ੈ ਇਸ ਦੁਨੀਆ ਵਿੱਚ ਮੌਜੂਦ ਹੈ। ਜ਼ਰੂਰਤ ਤਾਂ ਕੇਵਲ ਔਰ ਕੇਵਲ ਉਦਮ ਕਰਨ ਦੀ ਹੈ ਔਰ ਉਹਨਾਂ ਖੁਸ਼ੀਆਂ ਖੇੜਿਆਂ ਨੂੰ ਮਾਣਨ ਦੀ ਹੈ। ਸਭ ਆਖੋ ਸਤਿਗੁਰ ਵਾਹ ਵਾਹ, ਜਿਨ ਦਾਨ ਹਰ ਨਾਮ ਮੁਖ ਦੀਆ। ਇਸ ਪੰਕਤੀ ਦੇ ਵਿਸ਼ਰਾਮ ਇੱਥੇ ਲੱਗਣਗੇ। ਸਭ ਆਖੋ ਸਤਿਗੁਰ ਵਾਹ ਵਾਹ, ਜਿਨ ਦਾਨ ਹਰ ਨਾਮ ਮੁਖ ਦੀਆ। ਸਾਰੇ ਸਤਿਗੁਰ ਨੂੰ ਧੰਨ ਧੰਨ ਕਹੋ, ਜਿਸ ਨੇ ਇਹੋ ਜਿਹੇ ਪ੍ਰਭੂ ਦਾ ਨਾਮ ਯਾਨੀ ਹੁਕਮ, ਉਹਦੇ ਗੁਣ ਸਾਡੇ ਮੂੰਹ ਵਿੱਚ ਪਾਏ ਨੇ। ਭਾਵ ਜਿਸ ਗੁਰੂ ਨੇ ਸਾਨੂੰ ਇਹਨਾਂ ਗੁਣਾਂ ਦੀ, ਹੁਕਮ ਦੀ ਦਾਤ ਸੂਝ ਬਖਸ਼ੀ ਹੈ, ਉਸ ਗੁਰੂ ਨੂੰ ਸਾਰੇ ਧੰਨ ਧੰਨ ਕਹੋ, ਸ਼ਾਬਾਸ਼ ਕਹੋ, ਉਹਦਾ ਸ਼ੁਕਰਾਨਾ ਕਰੋ। ਔਰ ਹਕੀਕਤ ਹੈ, ਦੇਖੋ, ਇੱਕ ਪਾਸੇ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਦੂਜੇ ਪਾਸੇ ਆਮ ਲੋਕਾਂ ਦੇ ਵਿਚਾਰ ਸੁਣਦੇ ਹਾਂ। ਜਦੋਂ ਆਮ ਲੋਕਾਂ ਦੇ ਵਿਚਾਰ ਜਿਹੜੇ ਸਨ ਕਿ ਧਰਤੀ ਨੂੰ ਧੌਲੇ ਬੈਲ ਨੇ ਚੁੱਕਿਆ ਹੋਇਆ ਹੈ, ਕੋਈ ਰਿਸ਼ੀ ਹੈ ਤੇ ਉਹ ਸਮੁੰਦਰ ਨੂੰ ਪੀ ਕੇ ਪਿਸ਼ਾਬ ਕਰਕੇ ਉਹਨੂੰ ਕੱਢ ਦਿੰਦਾ ਬਾਹਰ, ਯਾਨੀ ਕਿੰਨੀਆਂ ਅਣਹੋਣੀਆਂ ਗੱਲਾਂ ਕਹੀਆਂ ਜਾਂਦੀਆਂ ਨੇ, ਤਾਂ ਗੁਰੂ ਨੂੰ ਫਿਰ ਧੰਨ ਕਹਿਣਾ ਬਣਦਾ ਹੈ ਨਾ, ਕਿ ਜਿਹਨੇ ਸਾਨੂੰ ਇਹਨਾਂ ਅਗਿਆਨਤਾ ਭਰਿਆ ਕਰਮਾਂ ਦੇ ਵਿੱਚੋਂ ਕੱਢ ਕੇ ਯੂਨੀਵਰਸਲ ਟਰੁੱਥ ਦੀ ਦਾਤ ਸਾਡੀ ਝੋਲੀ ਦੇ ਅੰਦਰ। ਜੇ ਰਾਜਨੀਤਿਕ ਦੁਨੀਆ ਦੀ ਗੱਲ ਕਰੀਏ, ਪਿਤਾ ਪੁਰਖੀ ਰਾਜ, ਡਿਕਟੇਟਰਸ਼ਿਪ ਰਾਜ ਔਰ ਜਿਹੜੇ ਰਾਜੇ ਪਾਪ ਕਮਾਉਂਦੇ, ਤਾਂ ਗੁਰੂ ਨੂੰ ਧੰਨ ਕਹਿਣਾ ਪਏਗਾ ਨਾ, ਜਿਸ ਨੇ ਉਹਨਾਂ ਰਾਜਿਆਂ ਨੂੰ ਵੰਗਾਰਿਆ ਤੇ ਕਿਹਾ ਰਾਜੇ ਸ਼ੀਹੀ ਮੁਕੱਦਮ ਕੁੱਤੇ ਜਾਏ ਜਗਾਇਨ, ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ, ਰਤ ਪਿਤ ਕੁੱਤੇ ਹੋ ਛੱਟ। ਗੁਰੂ ਨੂੰ ਸ਼ਾਬਾਸ਼ ਕਹਿਣੀ ਬਣਦੀ ਹੈ ਨਾ, ਜਿਸ ਨੇ ਸਾਨੂੰ ਇੱਕ ਐਸੀ ਸੂਝ ਦਿੱਤੀ ਹੈ ਕਿ ਤਖਤ ਰਾਜਾ ਸੋ ਬਹਿ, ਜੇ ਤਖਤੇ ਲਾਇਕ ਹੋਈ। ਇੰਨੀ ਮਹਾਨ ਸੋਚ ਜੇ ਲੋਕ ਅਪਣਾ ਲੈਣ ਇਹ ਸੋਚ ਨੂੰ, ਤਾਂ ਰਾਜਨੀਤਿਕ ਸਮੱਸਿਆਵਾਂ ਹੱਲ ਹੋ ਜਾਣ। ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਕਿਵੇਂ ਸਾਡਾ ਸਮਾਜ 4 ਵਰਨਾਂ ਵਿੱਚ, ਜਾਤਾਂ ਪਾਤਾਂ ਵਿੱਚ ਵੰਡਿਆ ਸੀ, ਤੇ ਗੁਰੂ ਨੂੰ ਸ਼ਾਬਾਸ਼ ਕਹਿਣੀ ਬਣਦੀ ਹੈ ਨਾ, ਜਿਨਨੇ ਸਾਨੂੰ ਇਹ ਸੂਝ ਦਿੱਤੀ ਕਿ ਸਭ ਮੈਂ ਜੋਤ ਜੋਤ ਹੈ ਸੋਏ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਆਰਥਿਕ ਤੌਰ ਤੇ ਅਸੀਂ ਦੇਖਦੇ ਹਾਂ, ਇੱਕ ਪਾਸੇ ਮਲਕ ਭਾਗੋ ਵਰਗੇ ਲੋਕ ਤੇ ਦੂਜੇ ਪਾਸੇ ਭਾਈ ਲਾਲੋ ਵਰਗੇ ਕਿਰਤੀ ਲੋਕ। ਅਮੀਰ ਔਰ ਗਰੀਬ ਦਾ ਪਾੜਾ, ਕਾਣੀ ਆਰਥਿਕ ਵੰਡ, ਆਰਥਿਕ ਦੁਨੀਆ ਦੇ ਅੰਦਰ ਲੁੱਟ ਖਸੁੱਟ, ਤੇ ਗੁਰੂ ਨੂੰ ਸ਼ਾਬਾਸ਼ ਕਹਿਣੀ ਬਣਦੀ ਹੈ ਨਾ, ਜਿਨ੍ਹਾਂ ਨੇ ਸਾਨੂੰ ਇਹ ਦਾਤ ਦਿੱਤੀ ਕਿ ਕਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਔਰ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਔਰਤ ਦੀ ਕਿੰਨੀ ਮਾੜੀ ਦਸ਼ਾ ਹੈ, ਤਾਂ ਗੁਰੂ ਨੂੰ ਸ਼ਾਬਾਸ਼ ਕਹਿਣੀ ਬਣਦੀ ਹੈ ਨਾ, ਜਿਨ੍ਹਾਂ ਨੇ ਇਹ ਕਿਹਾ ਵੀ ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜ਼ਾਨ। ਧਰਮਾਂ ਦੇ ਨਾਮ ਤੇ ਕਿੰਨੇ ਝਗੜੇ ਔਰ ਝਾਂਜੇ ਸਨ, ਔਰ ਕਿੰਨੇ ਸਾਰੇ ਲੋਕ ਕਿਵੇਂ ਇਮੋਸ਼ਨਲ ਬਲੈਕਮੇਲ ਤੇ ਧਰਮ ਦੇ ਨਾਮ ਤੇ ਅੰਧ ਵਿਸ਼ਵਾਸ ਤੇ ਲੁੱਟ ਖਸੁੱਟ। ਤਾਂ ਗੁਰੂ ਨੂੰ ਸ਼ਾਬਾਸ਼ ਕਹਿਣੀ ਬਣਦੀ ਹੈ ਨਾ, ਜੋ ਕਹਿ ਰਹੇ ਨੇ ਏਕੋ ਧਰਮ ਦ੍ਰਿੜੈ ਸੱਚ ਹੋਈ, ਗੁਰਮਤ ਜੁਗ ਜੁਗ ਪੂਰਾ ਹੋਈ। ਗੁਰੂ ਨੂੰ ਸ਼ਾਬਾਸ਼ ਕਹਿਣੀ ਬਣਦੀ ਹੈ ਨਾ, ਜਦੋਂ ਹੋਰ ਲੋਕਾਂ ਤੋਂ ਸੁਣਦੇ ਆ ਤੇ ਮਰਨ ਤੋਂ ਬਾਅਦ ਨਰਕ ਔਰ ਸਵਰਗ ਤੇ ਕਈ ਸਾਰੇ ਝਮੇਲੇ, ਪਰ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੇ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਜਦੋਂ ਹੋਰ ਲੋਕਾਂ ਦੇ ਅਸੀਂ ਬਚਨ ਸੁਣਦੇ ਆ ਤੇ ਮਰਨ ਤੋਂ ਬਾਅਦ ਮੁਕਤੀ ਹੋਵੇਗੀ, ਗਤੀ ਕਰਾਓ, ਫੁੱਲ ਤਾਰੋ, ਤੇ ਕਿੰਨੇ ਕਰਮ ਕਾਂਡ ਨੇ, ਪਰ ਗੁਰੂ ਪਾਤਸ਼ਾਹ ਜੀ ਦੇ ਸ਼ੁਕਰਾਨਾ ਗੁਰੂ ਜੀ ਦਾ, ਜਿਹੜੇ ਸਾਨੂੰ ਇਹ ਸਮਝਾ ਗਏ ਕਿ ਮੁਕਤੀ ਤੁਸੀਂ ਇਸ ਜੀਵਨ ਵਿੱਚ ਹਾਸਲ ਕਰੋ। ਉਸਤਤ ਨਿੰਦਿਆ ਨਾਹੇ ਜਿਹੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ,
ਮੁਕਤ ਤਾਹੇ ਤੈ ਜਾਨ। ਜਦੋਂ ਹੋਰਨਾਂ ਲੋਕਾਂ ਦੇ ਬਚਨ ਸੁਣਦੇ ਆ ਤੇ ਰੱਬ ਉੱਤੇ ਬੈਠਾ ਹੈ, ਜੰਨਤ ਵਿੱਚ ਹੈ, ਸਵਰਗ ਵਿੱਚ ਹੈ, ਜਾਂ ਕਿਤੇ ਅੱਜ ਸਿੱਖ ਕਹਿੰਦੇ ਨੇ ਸੱਚਖੰਡ ਕਿਤੇ ਵੱਖਰਾ ਹੈ, ਤਾਂ ਕਿੰਨੇ ਸਾਰੇ ਵਿਚਾਰ ਐਸੇ ਸਨ। ਤਾਂ ਗੁਰੂ ਨੂੰ ਸ਼ਾਬਾਸ਼ ਕਹਿਣੀ ਬਣਦੀ ਹੈ, ਗੁਰੂ ਤੋਂ ਕੁਰਬਾਨ ਹੋਣਾ ਬਣਦਾ ਨਾ, ਜਿਹੜੇ ਇਹ ਕਹਿੰਦੇ ਨੇ ਕਿ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਘਟ ਘਟ ਮੈਂ ਹਰਜੂ ਵਸੈ। ਗੁਰੂ ਸਾਨੂੰ ਸਮਝਾ ਰਹੇ ਨੇ, ਜਿੱਧਰ ਵੀ ਵੇਖਦਾ ਕਿ ਰੱਬ ਹੀ ਰੱਬ ਨਜ਼ਰੀ ਪੈਂਦਾ ਹੈ, ਤਾਂ ਗੁਰੂ ਜੀ ਕਹਿ ਰਹੇ ਨੇ ਸਭ ਆਖੋ ਸਤਿਗੁਰ ਵਾਹ ਵਾਹ, ਜਿਨ ਦਾਨ ਹਰ ਨਾਮ ਮੁਖ ਦੀਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਰੇ ਸਤਿਗੁਰ ਨੂੰ ਧੰਨ ਕਹੋ, ਸਾਰੇ ਸਤਿਗੁਰ ਦਾ ਸ਼ੁਕਰਾਨਾ ਕਰੋ, ਗੁਰੂ ਨੂੰ ਸ਼ਾਬਾਸ਼ ਕਹੋ, ਗੁਰੂ ਦਾ ਧੰਨਵਾਦ ਕਰੋ, ਜਿਸ ਨੇ ਐਸੇ ਪ੍ਰਭੂ ਦੇ ਗੁਣ ਸਾਡੇ ਮੂੰਹ ਵਿੱਚ ਪਾਏ, ਭਾਵ ਕਿ ਸਾਨੂੰ ਪ੍ਰਭੂ ਦੇ ਗੁਣਾਂ ਦੇ ਨਾਲ ਜੁੜਿਆ, ਰੱਬੀ ਰਜ਼ਾ ਦੀ ਸੂਝ ਔਰ ਸਮਝ ਬਖਸ਼ੀ। ਐਸੇ ਗੁਰੂ ਨੂੰ ਧੰਨ ਆਖਣਾ ਬਣਦਾ ਹੈ। ਸ਼ਲੋਕ ਮਹਿਲਾ ਤੀਜਾ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜੀਉ ਸੋਏ। ਜਗਤ ਦਾ ਸਾਰਾ ਆਕਾਰ ਡਰ ਦੇ ਅਧੀਨ ਹੈ, ਪਰ ਇੱਕ ਪ੍ਰਭੂ ਹੈ ਜੋ ਡਰ ਤੋਂ ਰਹਿਤ ਹੈ। ਪ੍ਰਭੂ ਡਰ ਤੋਂ ਰਹਿਤ ਹੈ, ਨਿਰਭਉ ਹੈ, ਤੇ ਪ੍ਰਭੂ ਤੋਂ ਵਿਛੜ ਕੇ, ਪ੍ਰਭੂ ਨੂੰ ਭੁਲਾ ਕੇ ਸਾਰਾ ਜਗਤ ਹੀ ਡਰ ਦੇ ਅੰਦਰ ਹੈ, ਸਹਿਮ ਦੇ ਅੰਦਰ ਹੈ। ਔਰ ਹਕੀਕਤ ਹੈ, ਹਰ ਬੰਦੇ ਦੇ ਜ਼ਿੰਦਗੀ ਦੇ ਅੰਦਰ ਕੋਈ ਨਾ ਕੋਈ ਡਰ, ਕੋਈ ਨਾ ਕੋਈ ਸਹਿਮ ਪਿਆ ਰਹਿੰਦਾ। ਕਿਸੇ ਨੂੰ ਜਿਹੜਾ ਸਿਹਤ ਠੀਕ ਹੈ, ਉਹਨੂੰ ਸਹਿਮ ਹੈ ਕਿ ਮੈਂ ਬਿਮਾਰ ਨਾ ਹੋ ਜਾਵਾਂ, ਔਰ ਬਿਮਾਰ ਬੰਦੇ ਨੂੰ ਇਹ ਹੈ ਕਿ ਮੈਂ ਕਿਤੇ ਮਰ ਨਾ ਜਾਵਾਂ। ਅਮੀਰ ਨੂੰ ਇਹ ਹੈ ਮੇਰਾ ਪੈਸਾ ਨਾ ਖਤਮ ਹੋ ਜਾਏ। ਜਿਹਦੇ ਕੋਲ ਨੌਕਰੀ ਨਹੀਂ, ਉਹਨੂੰ ਡਰ ਹੈ ਕਿ ਮਤਾ ਨੌਕਰੀ ਮਿਲੇ ਹੀ ਨਾ, ਤੇ ਜਿਹਦੇ ਕੋਲ ਹੈ ਉਹਨੂੰ ਡਰ ਹੈ ਕਿਤੇ ਚਲੀ ਹੀ ਨਾ ਜਾਏ। ਤਾਂ ਕੋਈ ਨਾ ਕੋਈ ਡਰ, ਕੋਈ ਨਾ ਕੋਈ ਤੌਖਲਾ, ਕੋਈ ਨਾ ਕੋਈ ਭੈ ਆਮ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਵੇਖਿਆ ਜਾ ਸਕਦਾ ਹੈ। ਪਰ ਗੁਰੂ ਜੀ ਕਹਿੰਦੇ ਨੇ ਪ੍ਰਭੂ ਨਿਰਭਉ ਹੈ, ਉਹਨੂੰ ਕੋਈ ਡਰ ਨਹੀਂ ਹੈ। ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ। ਜੇ ਸਾਡੀ ਜ਼ਿੰਦਗੀ ਵਿੱਚ ਡਰ ਹੈ, ਤਾਂ ਜੇ ਅਸੀਂ ਨਿਰਭਉ ਦੇ ਨਾਲ ਜੁੜ ਜਾਈਏ ਤਾਂ ਫਿਰ ਉਹ ਡਰ ਖਤਮ ਹੋ ਸਕਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜੇ ਬੰਦਾ ਰੱਬ ਦੇ ਨਾਲ ਜੁੜ ਜਾਏ ਤਾਂ ਡਰ ਖਤਮ ਹੋ ਜਾਏ। ਹੁਣ ਡਰ ਔਰ ਤੌਖਲੇ ਕਾਹਦੇ ਨੇ? ਇਕੱਲੇਪਨ ਦੇ। ਬੰਦਿਆਂ ਤੋਂ ਹੀ ਬੰਦਿਆਂ ਨੂੰ ਡਰ ਹੈ ਨਾ। ਮੈਨੂੰ ਤੁਹਾਡਾ ਡਰ ਹੈ, ਤੁਹਾਨੂੰ ਮੇਰਾ ਡਰ ਹੈ। ਬੰਦੇ ਨੂੰ ਹੀ ਬੰਦੇ ਦਾ ਡਰ ਹੈ। ਬੰਦੇ ਨੇ ਹੀ ਬੰਦੇ ਦੇ ਮਨ ਦੇ ਅੰਦਰ ਡਰ ਪੈਦਾ ਕੀਤੇ ਨੇ, ਜੋ ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ ਕਿ ਜਿਹੜੇ ਟੈਂਕ ਨੇ, ਤੋਪਾਂ ਨੇ, ਮਿਜ਼ਾਈਲਾਂ ਨੇ, ਇਹ ਕੁੱਤਿਆਂ ਬਿੱਲਿਆਂ ਵਾਸਤੇ ਤਾਂ ਬਣਾਏ ਨਹੀਂ ਹੋਏ। ਫੌਜਾਂ ਕੁੱਤਿਆਂ ਬਿੱਲਿਆਂ ਵਾਸਤੇ ਤੇ ਰੱਖੀਆਂ ਨਹੀਂ ਹੋਈਆਂ, ਪੁਲਿਸ ਕੁੱਤਿਆਂ ਬਿੱਲਿਆਂ ਵਾਸਤੇ ਤੇ ਰੱਖੀ ਨਹੀਂ ਹੋਈ। ਇਹ ਤੇ ਬੰਦਿਆਂ ਵਾਸਤੇ ਹੈ ਨਾ। ਇਟ ਮੀਨਸ ਬੰਦਾ ਖਤਰਨਾਕ ਹੈ। ਬੰਦੇ ਨੂੰ ਬੰਦੇ ਦਾ ਡਰ ਹੈ, ਬੰਦਾ ਬੰਦੇ ਨੂੰ ਡਰਾ ਰਿਹਾ ਹੈ। ਜੇ ਮੇਰੇ ਅੰਦਰ ਡਰ ਹੈ ਨਾ ਕਿ ਮੇਰੀ ਕੋਈ ਚੋਰੀ ਨਾ ਕਰ ਲੈ, ਤਾਂ ਉਹ ਮੇਰੇ ਅੰਦਰ ਡਰ ਕਾਹਦੇ ਕਰਕੇ? ਬੰਦੇ ਕਰਕੇ ਨਾ। ਮੈਨੂੰ ਕੋਈ ਕਤਲ ਨਾ ਕਰ ਦੇ ਤਾਂ ਕਤਲ ਬੰਦਾ ਹੀ ਕਰੇਗਾ। ਮੇਰਾ ਕੋਈ ਹੱਕ ਨਾ ਦਬਾ ਜਾਏ ਤਾਂ ਬੰਦਾ ਹੀ ਦਬਾਏਗਾ ਨਾ। ਤੇ ਇਹ ਡਰ ਕਿਉਂ ਪੈਦਾ ਹੋਏ? ਕਿਉਂਕਿ ਰੱਬ ਨਾਲੋਂ ਟੁੱਟ ਗਿਆ। ਜੇ ਅੰਦਰ ਰੱਬੀ ਗੁਣ ਹੁੰਦੇ, ਜੇ ਇੱਕ ਦੂਜੇ ਦੇ ਵਿੱਚ ਰੱਬ ਨੂੰ ਵੇਖਦੇ, ਤਾਂ ਫਿਰ ਇਸ ਦੁਨੀਆ ਦੇ ਵਿੱਚ ਡਰ ਨਹੀਂ ਸੀ ਹੋਣਾ, ਫਿਰ ਇਹ ਡਰ ਮੁੱਕ ਜਾਣਾ ਸੀ। ਇਸ ਲਈ ਅੱਜ ਵੀ ਜੇ ਅਸੀਂ ਇਹਨਾਂ ਡਰਾਂ ਤੌਖਲਿਆਂ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਨਿਰਭਉ ਦੇ ਨਾਲ ਜੁੜਨਾ ਚਾਹੀਦਾ। ਇਹਨਾਂ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ। ਜਦੋਂ ਬੰਦੇ ਦੇ ਅੰਦਰ ਸੱਚ ਹੋਏਗਾ, ਦਇਆ ਹੋਏਗੀ, ਪਿਆਰ ਮੁਹੱਬਤ ਹੋਏਗਾ, ਤਾਂ ਦੁਨੀਆ ਦੇ ਵਿੱਚੋਂ ਡਰ ਮੁੱਕ ਜਾਏਗਾ। ਸੋ ਡਰੈ ਜੇ ਪਾਪ ਕਮਾਉਂਦਾ, ਧਰਮੀ ਵਿਗਸੇਤ। ਜਿੱਥੇ ਧਰਮ ਹੈ, ਜਿੱਥੇ ਫਰਜ਼ ਨੇ, ਸੱਚ ਨੇ, ਉੱਥੇ ਡਰ ਨਹੀਂ ਹੈ। ਡਰ ਉੱਥੇ ਹੁੰਦਾ ਜਿੱਥੇ ਧਰਮ ਨਾ ਹੋਣ, ਫਰਜ਼ ਨਾ ਹੋਣ, ਸੱਚ ਨਾ ਹੋਣ। ਤਾਂ ਸਾਰਾ ਸੰਸਾਰ ਡਰ ਵਿੱਚ ਹੈ, ਲੇਕਿਨ ਨਿਰਭਉ ਪ੍ਰਭੂ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ। ਅਗਲੀ ਪੰਕਤੀ ਵਿੱਚ ਸਪਸ਼ਟ ਕਰ ਰਹੇ ਨੇ, ਸਤਿਗੁਰ ਸੇਵਿਐ ਹਰ ਮਨ ਵਸੈ, ਤਿੱਥੈ ਭਉ ਕਦੇ ਨਾ ਹੋਏ। ਸਤਿਗੁਰ ਸੇਵਿਆ ਦਾ ਮਤਲਬ ਜੇ ਸਤਿਗੁਰ ਦੀ ਦੱਸੀ ਕਾਰ ਕੀਤੀ ਜਾਏ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਇਆ ਜਾਏ। ਇਹਨੂੰ ਸੇਵੀਏ ਨਹੀਂ ਪੜਨਾ, ਸੇਵਿਆ। ਸਤਿਗੁਰ ਸੇਵਿਆ। ਸਤਿਗੁਰ ਸੇਵਿਆ ਦਾ ਮਤਲਬ ਜੇ ਗੁਰੂ ਦੇ ਦੱਸੇ ਰਾਹ ਤੇ ਤੁਰੀਏ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਈਏ।
ਗੁਰੂ ਦੀ ਪਾਵਨ ਬਾਣੀ ਨੂੰ ਜੇ ਜ਼ਿੰਦਗੀ ਦੇ ਅੰਦਰ ਇੰਪਲੀਮੈਂਟ ਕਰੀਏ ਤਾਂ ਫਿਰ ਕੀ ਹੁੰਦਾ ਹੈ? ਹਰ ਮਨ ਵਸੈ, ਰੱਬ ਮਨ ਵਿੱਚ ਵਸ ਜਾਂਦਾ ਹੈ। ਮਨ ਦਾ ਮਤਲਬ ਸੋਚ, ਸਾਡੀ ਮੈਂਟੈਲਿਟੀ, ਸਾਡੇ ਵਿਚਾਰਾਂ ਵਿੱਚ, ਸਾਡੇ ਮਨ ਵਿੱਚ, ਬੁੱਧ ਵਿੱਚ, ਚਿੱਤ ਵਿੱਚ ਰੱਬ ਵਸ ਜਾਂਦਾ ਹੈ। ਮੀਨਸ ਰੱਬ ਦੇ ਗੁਣ ਵਸ ਜਾਂਦੇ ਨੇ। ਤਿੱਥੇ ਭਉ ਕਦੇ ਨਾ ਹੋਏ, ਤੇ ਜਿੱਥੇ ਰੱਬ ਵਸ ਜਾਏ ਫਿਰ ਉੱਥੇ ਕੋਈ ਡਰ ਨਹੀਂ ਹੁੰਦਾ, ਉੱਥੋਂ ਡਰ ਮੁੱਕ ਜਾਂਦਾ। ਹੁਣ ਇਸ ਸੰਸਾਰ ਨੂੰ ਨਿਡਰਤਾ ਵਾਲੀ ਅਭੈ ਪਦਵੀ ਚਾਹੀਦੀ ਹੈ, ਤਾਂ ਉਹਦੇ ਵਾਸਤੇ ਇੱਕੋ ਇੱਕ ਸਾਧਨ ਹੈ ਕਿ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਵੇ ਔਰ ਰੱਬ ਨੂੰ ਆਪਣੇ ਮਨ ਵਿੱਚ ਵਸਾਏ। ਰੱਬ ਨੂੰ ਮਨ ਵਿੱਚ ਵਸਾਉਣ ਦਾ ਮਤਲਬ ਰੱਬੀ ਗੁਣਾਂ ਨੂੰ, ਜੋ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਗੁਣ ਨੇ, ਉਹਨਾਂ ਗੁਣਾਂ ਨੂੰ ਆਪਣੀ ਸੋਚ ਵਿੱਚ, ਬੋਲਾਂ ਵਿੱਚ ਔਰ ਬਿਹੇਵੀਅਰ ਵਿੱਚ ਵਸਾ ਲਵੇ, ਤਾਂ ਫਿਰ ਜ਼ਿੰਦਗੀ ਦੇ ਅੰਦਰ ਭਉ ਨਹੀਂ ਰਹੇਗਾ। ਦੇਖੋ, ਇਹ ਚੀਜ਼ ਨੂੰ ਅਸੀਂ ਆਪਣੇ ਜੀਵਨ ਵਿੱਚ ਹੁਣ ਵਿਚਾਰ ਕੇ ਵੇਖੀਏ। ਮਾਪਿਆਂ ਦੇ ਮਨਾਂ ਵਿੱਚ ਡਰ ਹੈ ਨਾ ਕਿ ਬੱਚੇ ਨਾ ਛੱਡ ਜਾਣ, ਜਿਵੇਂ ਕਈਆਂ ਲੋਕਾਂ ਦੇ ਛੱਡ ਗਏ ਨੇ, ਤਾਂ ਮੇਰੇ ਬੱਚੇ ਵੀ ਮੈਨੂੰ ਨਾ ਛੱਡ ਜਾਣ। ਪਰ ਜੇ ਮਾਪੇ ਵੀ ਔਰ ਬੱਚੇ ਵੀ ਰੱਬੀ ਗੁਣਾਂ ਦੇ ਧਾਰਨੀ ਹੋ ਜਾਣ, ਤਾਂ ਇਹ ਡਰ ਖਤਮ ਹੋ ਜਾਏਗਾ। ਜਿਨ੍ਹਾਂ ਬੱਚਿਆਂ ਦੇ ਅੰਦਰ ਰੱਬ ਦੇ ਗੁਣ ਹੋਣਗੇ, ਉਹ ਮਾਪਿਆਂ ਨੂੰ ਕਿਉਂ ਛੱਡਣਗੇ? ਜਿਸ ਪਤੀ ਔਰ ਪਤਨੀ ਦੇ ਅੰਦਰ ਰੱਬੀ ਗੁਣ ਹੋਣਗੇ, ਉਹ ਇੱਕ ਦੂਜੇ ਨੂੰ ਧੋਖਾ ਕਿਉਂ ਦੇਣਗੇ? ਜਿੱਥੇ ਭਰਾਵਾਂ ਦੇ ਅੰਦਰ ਰੱਬੀ ਗੁਣ ਹੋਣਗੇ, ਉਹ ਇੱਕ ਦੂਜੇ ਦੀ ਪ੍ਰਾਪਰਟੀ ਕਿਉਂ ਦਬਾਣਗੇ? ਤਾਂ ਇਹ ਭੈ ਖਤਮ ਹੋ ਜਾਏਗਾ। ਸਾਡੇ ਪਰਿਵਾਰ ਵਿਖਰ ਰਹੇ ਨੇ, ਮਿੱਤਰਤਾ ਟੁੱਟ ਰਹੀਆਂ ਨੇ, ਬੰਦਾ ਬੰਦੇ ਦਾ ਵੈਰੀ ਹੋ ਰਿਹਾ ਹੈ, ਇਹ ਭਉ ਖਤਮ ਹੋ ਜਾਣਾ। ਸਤਿਗੁਰ ਸੇਵਿਐ ਹਰ ਮਨ ਵਸੈ, ਤਿੱਥੈ ਭਉ ਕਦੇ ਨਾ ਹੋਏ। ਦੁਸ਼ਮਨ ਦੁੱਖ ਤਿਸਨੂੰ ਨੇੜ ਨਾ ਆਵੇ, ਉਹ ਨਾ ਸਕੈ ਕੋਈ। ਉਹਦਾ ਮਤਲਬ ਟੱਚ ਵੀ ਨਹੀਂ ਕਰ ਸਕਦਾ ਕੋਈ। ਦੁਸ਼ਮਨ ਦੁੱਖ, ਕੋਈ ਵੈਰੀ ਉਹਦੇ ਨੇੜੇ ਨਹੀਂ ਟੁੱਕਦਾ ਤੇ ਕੋਈ ਦੁੱਖ ਉਹਨੂੰ ਹੋ ਨਹੀਂ ਸਕਦਾ। ਹੁਣ ਸਾਡੇ ਅਸਲ ਵੈਰੀ ਕੌਣ ਨੇ? ਅਸਲ ਵੈਰੀ ਸਾਡੀ ਸੋਚ ਹੈ, ਅਸਲ ਵੈਰੀ ਸਾਡੇ ਕਰਮ ਨੇ। ਜਿੰਨੇ ਵੀ ਕਾਮ, ਕ੍ਰੋਧ, ਲੋਭ, ਮੋਹ ਨੇ, ਸਾਡੇ ਸਾਰੇ ਵੈਰੀ ਹੀ ਨੇ, ਮਨੁੱਖਤਾ ਦੇ ਵੈਰੀ ਨੇ। ਜਿੱਥੇ ਵਿਕਾਰ ਅੰਦਰ ਆ ਜਾਣ, ਉਥੋਂ ਇਨਸਾਨੀਅਤ ਮਰ ਮੁੱਕ ਜਾਂਦੀ ਹੈ। ਉੱਥੇ ਬੰਦੇ ਦੀ ਜ਼ਿੰਦਗੀ ਅੰਦਰ ਦੁੱਖ, ਅਸ਼ਾਂਤੀ ਆ ਜਾਂਦੀ ਹੈ। ਬੰਦੇ ਦੇ ਸੁਭਾਅ, ਬੰਦੇ ਦੀ ਸੋਚ ਹੀ ਵੈਰੀ ਹੈ ਨਾ। ਹੁਣ ਅਸੀਂ ਕਹਾਂਗੇ ਕਿ ਚਲੋ ਸਾਡੀ ਸੋਚ ਠੀਕ ਹੈ, ਤੇ ਜੇ ਦੂਜਾ ਬੰਦਾ ਸਾਡੀ ਆਣ ਕੇ ਚੋਰੀ ਕਰੇ ਜਾਂ ਕਤਲ ਕਰ ਜਾਏ, ਕਰਦੇ ਵੀ ਨੇ ਲੋਕ, ਉਹਦੇ ਵਿੱਚ ਫਿਰ ਸਾਡਾ ਕੀ ਦੋਸ਼ ਹੈ? ਉਹ ਸਾਡਾ ਵੈਰੀ ਕਿਉਂ ਬਣ ਗਿਆ? ਹੁਣ ਉਹ ਵੈਰੀ ਸੋਚ ਕਰਕੇ ਬਣ ਗਿਆ ਨਾ, ਕਿਉਂਕਿ ਉਹਦੀ ਸੋਚ ਮਾੜੀ ਹੈ। ਉਹਦੀ ਸੋਚ ਮਾੜੀ ਕਰਕੇ ਹੀ ਸਾਡਾ ਵੈਰੀ ਹੋਇਆ, ਜਾਂ ਅਸੀਂ ਆਪਣੀ ਮਾੜੀ ਸੋਚ ਕਰਕੇ ਕਿਸੇ ਦੇ ਵੈਰੀ ਹੋ ਗਏ। ਤੇ ਜੇ ਲੋਕਾਂ ਦੀ ਸੋਚ ਬਦਲ ਜਾਏ, ਚੰਗੀ ਹੋ ਜਾਏ, ਕੋਈ ਕਿਸੇ ਦਾ ਵੈਰੀ ਨਹੀਂ ਰਹੇਗਾ। ਤੇ ਇਸ ਵੈਰ ਨੂੰ ਦੂਰ ਕਰਨ ਵਾਸਤੇ, ਮਿੱਤਰਤਾ, ਇਨਸਾਨੀਅਤ, ਪਿਆਰ, ਮੁਹੱਬਤ ਪੈਦਾ ਕਰਨ ਵਾਸਤੇ ਹੀ ਗੁਰੂ ਸਾਹਿਬ ਨੇ ਆ ਸਤਸੰਗ ਦੀ ਮਰਿਆਦਾ ਤੋਂ, ਸਤਸੰਗਤ ਸਤਿਗੁਰੂ ਚਟਸਾਲ ਹੈ, ਜਿਤ ਹਰ ਗੁਣ ਸਿੱਖਾ, ਇਥੋਂ ਹਰੀ ਦੇ ਗੁਣ ਸਿੱਖਣੇ ਨੇ। ਔਰ ਗੁਰੂ ਜੀ ਤਜਰਬਾ ਆਪਣਾ ਪੇਸ਼ ਕਰ ਰਹੇ ਨੇ, ਐਕਸਪੀਰੀਅੰਸ ਦੱਸ ਰਹੇ ਨੇ। ਬਿਸਰ ਗਈ ਸਭ ਤਾਤ ਪਰਾਈ, ਕਿ ਮੇਰੀ ਜ਼ਿੰਦਗੀ ਚੋਂ ਈਰਖਾ ਖਤਮ ਹੋ ਗਈ ਹੈ। ਕਦੋਂ? ਜਬ ਤੇ ਸਾਧ ਸੰਗਤ ਮੁਹਿ ਪਾਈ, ਜਦੋਂ ਤੋਂ ਮੈਂ ਗੁਰੂ ਦੀ ਸੰਗਤ ਪਾਈ ਹੈ, ਪ੍ਰਾਪਤ ਕੀਤੀ ਹੈ, ਗੁਰੂ ਦੀ ਸ਼ਰਨ ਵਿੱਚ ਆਇਆ, ਹੁਣ ਮੇਰੇ ਅੰਦਰ ਈਰਖਾ ਨਹੀਂ ਰਹੀ। ਪਰਾਈ ਤਾਤ ਖਤਮ ਹੋ ਗਈ ਹੈ, ਜੈਲਸੀ ਖਤਮ ਹੋ ਗਈ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੁਹਿ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਹੁਣ ਮੇਰਾ ਕੋਈ ਵੈਰੀ ਨਹੀਂ ਰਿਹਾ, ਕੋਈ ਬਿਗਾਨਾ ਨਹੀਂ ਰਿਹਾ, ਹੁਣ ਮੇਰੀ ਸਾਰਿਆਂ ਦੇ ਨਾਲ ਹੀ ਬਣ ਆ ਗਈ ਹੈ। ਤਾਂ ਸੰਗਤ ਵਿੱਚੋਂ, ਗੁਰੂ ਦੀ ਹਜ਼ੂਰੀ ਚੋਂ, ਬਾਣੀ ਚੋਂ ਸਾਨੂੰ ਐਸੀ ਜ਼ਿੰਦਗੀ ਜੀਣ ਦਾ ਢੰਗ ਮਿਲੇਗਾ ਕਿ ਸਾਡੀ ਜ਼ਿੰਦਗੀ ਚੋਂ ਈਰਖਾ ਖਤਮ ਹੋ ਜਾਏ, ਦੁਸ਼ਮਣੀਆਂ ਮੁੱਕ ਜਾਣਗੀਆਂ, ਜੇ ਲੋਕ ਸਹੀ ਢੰਗ ਦੇ ਨਾਲ ਗੁਰਬਾਣੀ ਨੂੰ ਪੜ੍ਹ, ਸੁਣ, ਸਮਝ ਕੇ ਅਮਲ ਕਰਨ। ਤਾਂ ਇੱਥੋਂ ਸਾਨੂੰ ਇੱਕ ਚੀਜ਼ ਹੋਰ ਵੀ ਮਿਲਦੀ ਹੈ
ਕਿਉਂਕਿ ਅਸੀਂ ਕਲਾਸ ਵਿੱਚ ਸਾਰੇ ਵੀਰ ਭੈਣਾਂ ਕੁਝ ਸਿੱਖਣ ਦਾ ਯਤਨ ਕਰ ਰਹੇ ਹਾਂ, ਤਾਂ ਇਹ ਤੋਂ ਸਾਨੂੰ ਸੈਲਫ ਐਨਾਲਿਸਿਸ ਕਰਨਾ ਬਣਦਾ ਹੈ ਕਿ ਜਦੋਂ ਤੋਂ ਅਸੀਂ ਹੋਸ਼ ਸੰਭਾਲੀ ਹੈ, ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਹੈ, ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ, ਜਾਂ ਕਲਾਸ ਵਿੱਚ ਜਾਂ ਘਰ ਦੇ ਅੰਦਰ ਅਸੀਂ ਬਾਣੀ ਦੇ ਅਰਥ ਭਾਵ ਸਮਝੇ, ਕਿ ਉਸ ਤੋਂ ਬਾਅਦ ਸਾਡੇ ਅੰਦਰੋਂ ਕੋਈ ਈਰਖਾ ਦਵੇਸ਼ ਕੋਈ ਥੋੜੀ ਬਹੁਤੀ ਘਟੀ ਹੈ, ਕਿ ਸਾਡੀ ਆਪਸ ਦੇ ਅੰਦਰ ਇੱਕ ਦੂਜੇ ਨਾਲ ਥੋੜੀ ਬਹੁਤੀ ਬਣ ਆਈ ਹੈ, ਜਿਨ੍ਹਾਂ ਨਾਲ ਸਾਡੀ ਥੋੜੀ ਵਿੰਗੜੀ ਹੋਈ ਸੀ। ਜੇ ਐਸਾ ਹੋਇਆ ਹੈ ਤਾਂ ਇਟ ਮੀਨਸ ਸਾਡਾ ਵਿਕਾਸ ਹੋ ਰਿਹਾ ਹੈ। ਤੇ ਇੱਕ ਗੱਲ ਯਾਦ ਰੱਖਣਾ, ਚੰਗੇ ਲੋਕਾਂ ਨਾਲ ਵਰਤਣਾ ਤੇ ਕੋਈ ਔਖਾ ਹੈ ਹੀ ਨਹੀਂ। ਚੰਗਿਆਂ ਨਾਲ ਤੇ ਸਾਰੇ ਵਰਤ ਲੈਂਦੇ ਨੇ, ਕਿਉਂਕਿ ਹੈ ਹੀ ਚੰਗੇ ਨੇ, ਉੱਥੇ ਕੋਈ ਪ੍ਰੋਬਲਮ ਹੈ ਹੀ ਨਹੀਂ। ਮਹਾਨਤਾ ਉਹਦੀ ਹੈ ਜਿਹੜਾ ਮਾੜੇ ਬੰਦਿਆਂ ਦੇ ਨਾਲ ਵੀ ਚੰਗਾ ਵਰਤ ਸਕੇ, ਆਪਣਾ ਪੇਸ਼ੈਂਸ ਰੱਖ ਸਕੇ, ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲ ਸਕੇ। ਤਾਂ ਸੰਗਤ ਚੋਂ ਸਾਨੂੰ ਇਹ ਚੀਜ਼ਾਂ ਮਿਲਦੀਆਂ ਨੇ। ਦੁਸ਼ਮਨ ਦੁੱਖ ਤਿਸ ਨੂੰ ਨੇੜ ਨਾ ਆਵੇ, ਉਹ ਨਾ ਸਕੇ ਕੋਈ, ਕਿ ਉਹਦੇ ਨੇੜੇ ਕੋਈ ਦੁਸ਼ਮਨ ਕਾਮ ਕ੍ਰੋਧ ਨਹੀਂ ਆਏਗਾ, ਉਹਨੂੰ ਕੋਈ ਕਾਮ ਕ੍ਰੋਧ ਆਦਿਕ ਵਿਕਾਰ ਹੋ ਨਹੀਂ ਸਕੇਗਾ। ਕਿਨੂੰ? ਸਤਿਗੁਰ ਸੇਵੇ ਹਰ ਮਨ ਵਸੈ, ਜੋ ਗੁਰੂ ਦੇ ਦਸਾਂ ਤੇ ਰਾਹਾਂ ਤੇ ਤੁਰੇਗਾ, ਜੋ ਆਪਣੇ ਹਿਰਦੇ ਵਿੱਚ ਰੱਬੀ ਗੁਣਾਂ ਨੂੰ ਵਸਾ ਲਏਗਾ, ਉੱਥੇ ਕੋਈ ਡਰ ਨਹੀਂ ਹੋਏਗਾ, ਔਰ ਉਹਦੇ ਨੇੜੇ ਕੋਈ ਕਾਮ ਕ੍ਰੋਧ ਆਦਿਕ ਦੁਸ਼ਮਣ ਨਹੀਂ ਆਏਗਾ, ਔਰ ਉਹਨੂੰ ਕੋਈ ਪੋ ਵੀ ਨਹੀਂ ਸਕੇਗਾ, ਭਾਵ ਉਹਦੀ ਸੋਚ ਨੂੰ ਵੀ ਟੱਚ ਨਹੀਂ ਕਰ ਸਕੇਗਾ। ਈਰਖਾ ਕਰਕੇ ਕਿਸੇ ਦਾ ਨੁਕਸਾਨ ਕਰਨਾ ਤਾਂ ਦੂਰ ਦੀ ਗੱਲ, ਉਸ ਬੰਦੇ ਦੀ ਸੋਚ ਅੰਦਰ ਈਰਖਾ ਦਾ ਵਿਚਾਰ ਵੀ ਪੈਦਾ ਨਹੀਂ ਹੋਏਗਾ। ਇਹਨੂੰ ਕਹਿੰਦੇ ਨੇ ਪਹੁ ਨਾ ਸਕੇ। ਗੁਰਮੁਖ ਮਨ ਵਿਚਾਰਿਆ, ਜੋ ਤਿਸ ਭਾਵੈ ਸੋ ਹੋਏ। ਗੁਰਮੁਖ ਦਾ ਮਤਲਬ ਹੈ ਜੋ ਮਨੁੱਖ ਗੁਰੂ ਦੇ ਰਾਹ ਤੇ ਤੁਰਦਾ ਹੈ, ਜਿਸਨੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ, ਜਿਸਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਿਆ ਹੈ, ਗੁਰੂ ਦੱਸੇ ਰਾਹਾਂ ਤੇ ਜੋ ਤੁਰਦਾ ਹੈ, ਉਹਨਾਂ ਦੇ ਮਨ ਵਿੱਚ ਇੱਕ ਵਿਚਾਰ ਉੱਠਦੀ ਹੈ, ਉਹਨਾਂ ਦੇ ਮਨ ਵਿੱਚ ਇੱਕ ਵਿਚਾਰ ਪੈਦਾ ਹੁੰਦੀ ਹੈ, ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਜੋ ਤਿਸ ਭਾਵੈ ਸੋ ਹੋਏ, ਕਿ ਜਗਤ ਦੇ ਅੰਦਰ ਉਹ ਵਾਪਰਦਾ ਹੈ ਜੋ ਰੱਬ ਨੂੰ ਚੰਗਾ ਲੱਗਦਾ ਹੈ। ਤਿਸ ਭਾਵੈ ਦਾ ਮਤਲਬ ਭਾਉਂਦਾ ਹੈ, ਭਾਣਾ, ਤੇ ਭਾਣੇ ਨੂੰ ਆਪ ਬਹੁਤ ਚੰਗੀ ਤਰ੍ਹਾਂ ਸਮਝ ਰਹੇ ਹੋ। ਰਜਾ ਭਾਣਾ ਲੇਖ ਦਾ ਮਤਲਬ ਸਿਸਟਮ, ਕਿ ਰੱਬੀ ਹੁਕਮ ਦੇ ਅੰਦਰ ਜੋ ਕੁਛ ਵਾਪਰਦਾ ਹੈ ਇਸ ਜਗਤ ਵਿੱਚ, ਉਹੀ ਕੁਛ ਵਾਪਰਦਾ ਹੈ ਜੋ ਰੱਬ ਦਾ ਹੁਕਮ ਹੈ, ਭਾਵ ਜੋ ਸਿਸਟਮ ਹੈ, ਜੋ ਲਾ ਆਫ ਨੇਚਰ ਹੈ, ਜੋ ਕੁਦਰਤ ਦੀ ਨਿਯਮਾਵਲੀ ਹੈ, ਜੋ ਰੱਬ ਦੀ ਰਜ਼ਾ ਹੈ, ਜੋ ਰੱਬ ਦਾ ਭਾਣਾ ਹੈ। ਕੋਈ ਵੀ ਸ਼ਬਦ ਆਪ ਵਰਤ ਲਓ ਜਿਹਦੇ ਨਾਲ ਵੀ ਤੁਹਾਨੂੰ ਸਮਝ ਆ ਜਾਏ ਕਿ ਇਸ ਦੁਨੀਆ ਵਿੱਚ ਉਹੀ ਕੁਛ ਵਾਪਰਦਾ ਹੈ। ਇਹ ਕਿੰਨਾ ਨੇ ਵਿਚਾਰਿਆ ਹੈ? ਇਹ ਵਿਚਾਰ ਕਿੱਥੋਂ ਆਈ ਹੈ? ਜੋ ਗੁਰੂ ਦੇ ਅਨੁਸਾਰੀ ਨੇ, ਉਹਨਾਂ ਨੂੰ ਇਹ ਸਮਝ ਆ ਗਈ ਕਿ ਹੁਕਮ ਤੋਂ ਬਾਹਰ ਕੁਛ ਨਹੀਂ ਹੁੰਦਾ। ਤੇ ਜੇ ਇਹ ਗੱਲ ਸਮਝ ਵਿੱਚ ਆ ਜਾਏ, ਜੇ ਇਹ ਵਿਵੇਕ ਬੁੱਧ ਮਿਲ ਜਾਏ, ਤਾਂ ਅੱਜ ਜੋ ਧਰਮ ਦੇ ਨਾਮ ਦੇ ਉੱਤੇ ਲੁੱਟ ਖਸੁੱਟ ਹੋ ਰਹੀ ਹੈ, ਅੱਜ ਬੰਦ ਹੋ ਜਾਏਗੀ। ਸਮਝ ਆ ਜਾਏਗੀ ਕਿ ਹੁਕਮ ਤੋਂ ਬਾਹਰ ਕੁਛ ਨਹੀਂ ਹੋ ਸਕਦਾ। ਤਾਂ ਫਿਰ ਕਿਉਂ ਕਿਸੇ ਜੋਤਸ਼ੀ ਦੇ ਕੋਲ ਜਾਵਾਂਗੇ ਪਾਈਆ ਛੋਲੇ ਲੈ ਕੇ ਵੀ ਸ਼ਨੀ ਗ੍ਰਹਿ ਨੂੰ ਅੱਗੇ ਪਿੱਛੇ ਕਰਦੇ? ਪਤਾ ਹੈ ਵੀ ਸ਼ਨੀ ਗ੍ਰਹਿ ਨੇ ਅੱਗੇ ਪਿੱਛੇ ਹੋਣਾ, ਥੋੜਾ ਛੋਲਿਆਂ ਨਾਲ ਥੋੜਾ ਅੱਗੇ ਪਿੱਛੇ ਹੋ ਜਾਣਾ, ਕੋਈ ਨਹੀਂ ਜਾਏਗਾ। ਫਿਰ ਸਮਝ ਆ ਜਾਏਗੀ ਕਿ ਸਾਡੇ ਘਰ ਵਿੱਚ ਕਲੇਸ਼ ਹੈ। ਕਲੇਸ਼ ਤੇ ਮੇਰਾ ਔਰ ਮੇਰੀ ਘਰਵਾਲੀ ਦਾ ਆਪਸੀ ਸੁਭਾਅ ਕਰਕੇ ਹੈ। ਤੇ ਬਾਬਾ ਮੈਨੂੰ ਕਹਿ ਰਿਹਾ ਵੀ ਨਾਰੀਅਲ ਪਾਣੀ ਵਿੱਚ ਰੋੜ ਆਓ, ਮੌਲੀ ਬੰਨ ਕੇ, ਤੇ 5100 ਰੁਪਇਆ ਮੈਨੂੰ ਦੇ ਦਿਓ। ਹੁਣ ਨਾਰੀਅਲ ਪਾਣੀ ਵਿੱਚ ਰੋੜਨ ਦੇ ਨਾਲ ਸਾਡਾ ਕਲੇਸ਼ ਕਿਵੇਂ ਮੁੱਕ ਜਾਏਗਾ? ਬਾਬੇ ਨੂੰ 5100 ਦੇਣ ਨਾਲ ਸਾਡਾ ਕਲੇਸ਼ ਕਿਵੇਂ ਮੁੱਕੇਗਾ? ਕਲੇਸ਼ ਤੇ ਮੁੱਕਣਾ ਜੇ ਅਸੀਂ ਸੁਭਾਅ ਬਦਲਾਂਗੇ। ਸਮਝ ਆ ਜਾਏਗੀ ਨਾ, ਜੋ ਤਿਸ ਭਾਵੈ ਸੋ ਹੋਏ, ਕਿ ਜੋ ਰਜ਼ਾ ਹੈ, ਸਿਸਟਮ ਹੈ, ਉਹ ਹੋਣਾ ਹੈ। ਬਾਬੇ ਦੇ ਨਾਰੀਅਲ ਰੋੜਨ ਨਾਲ ਕੁਛ ਨਹੀਂ ਹੋਣਾ। ਤਾਂ ਜਿੰਨੇ ਵੀ ਆ ਅੰਧ ਵਿਸ਼ਵਾਸ ਨੇ ਮੁੱਕ ਜਾਣਗੇ। ਧਰਮ ਦੇ ਨਾਮ ਤੇ ਹੁੰਦੀ ਲੁੱਟ ਖਸੁੱਟ ਖਸਮ ਹੋ ਜਾਏਗੀ, ਕਰਮ ਕਾਂਡ ਖਤਮ ਹੋ ਜਾਣਗੇ, ਔਰ ਬੰਦਾ ਸੱਚੀ ਸੁੱਚੀ ਜ਼ਿੰਦਗੀ ਜੀਣੀ ਸ਼ੁਰੂ ਕਰੇਗਾ ਰੱਬ ਦੀ ਰਜ਼ਾ ਦੇ ਅੰਦਰ। ਨਾਨਕ ਆਪੇ ਹੀ ਪਤ ਰਖਸੀ, ਕਾਰਜ ਸਵਾਰੇ ਸੋਏ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਜੋ ਰੱਬ ਦੀ ਰਜ਼ਾ ਭਾਣੇ ਨੂੰ ਸਮਝਦੇ ਨੇ, ਉਹਨਾਂ ਨੂੰ ਪਤਾ ਹੈ ਕਿ ਸਾਡੀ ਲਾਜ ਉਹ ਪ੍ਰਭੂ ਆਪ ਹੀ ਰੱਖੇਗਾ ਤੇ ਸਾਡੇ ਕੰਮ ਵੀ ਉਹ ਆਪ ਹੀ ਸਵਾਰੇਗਾ। ਹੁਣ ਆਪ ਹੀ ਸਵਾਰੇਗਾ, ਲਾਜ ਰੱਖੇਗਾ ਕਿਵੇਂ?
क्योंकि समझ आ गई ना कि हुक्म दे अंदर सारा कुछ होना है। हुक्म दे अंदर तुरिया ही कारज संवरने ने, हुक्म दे अंदर तुरिया ही लाजपत रहनी। ਹੁਣ ਇਹ ਚੀਜ਼ ਨੂੰ ਆਪਾਂ ਥੋੜਾ ਜਿਹਾ ਸਮਝ ਲਈਏ, ਜਿਸ ਕਰਕੇ ਕਨਫਿਊਜ਼ਨ ਖਤਮ ਹੋ ਜਾਏ। ਇੱਕ ਸਿਸਟਮ ਹੈ ਨਾ ਕਿ ਮੈਂ ਤੁਹਾਡੇ ਨਾਲ ਪਿਆਰ ਮੁਹੱਬਤ ਨਾਲ ਬੋਲਦਾ, ਤੁਹਾਡੇ ਸੁੱਖ ਦੁੱਖ ਵਿੱਚ ਸ਼ਾਮਲ ਹੁੰਦਾ, ਤੁਹਾਡੀ ਮੈਂ ਇੱਜ਼ਤ ਕਰਦਾ ਹਾਂ ਤੇ ਤੁਹਾਡੇ ਨਾਲ ਮੈਂ ਪਿਆਰ ਕਰਦਾ ਹਾਂ, ਤੁਹਾਡੀ ਮੈਂ ਕੋਈ ਹੈਲਪ ਕਰਦਾ ਜਿੰਨੀ ਹੋ ਸਕਦੀ ਹੈ, ਤਾਂ ਤੁਹਾਡੇ ਕੋਲੋਂ ਮੈਨੂੰ ਮਾਨ ਸਤਿਕਾਰ ਮਿਲੇਗਾ। ਕਿਉਂਕਿ ਇਹ ਸਿਸਟਮ ਹੈ ਨਾ, ਹੁਕਮ ਹੈ ਨਾ। ਜਿਹੜਾ ਕੰਮ ਮੈਂ ਸਿਸਟਮ ਦੇ ਵਿੱਚ ਕਰ ਰਿਹਾ ਹਾਂ, ਜੋ ਕੰਮ ਦੀ ਰਿਕੁਆਇਰਮੈਂਟ ਹੈ ਉਹ ਮੈਂ ਪੂਰੀ ਕਰ ਰਿਹਾ ਹਾਂ, ਤਾਂ ਉਹ ਕਾਰਜ ਮੇਰਾ ਪੂਰਾ ਹੋ ਜਾਏਗਾ। ਤੇ ਜੇ ਮੈਂ ਉਸ ਰਿਕੁਆਇਰਮੈਂਟ ਨੂੰ ਪੂਰੀ ਨਹੀਂ ਕਰਾਂਗਾ ਤਾਂ ਕਾਰਜ ਸਿਰੇ ਨਹੀਂ ਚੜੇਗਾ। ਤਾਂ ਰੱਬ ਦੇ ਪਿਆਰਿਆਂ ਨੂੰ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਨੇ, ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਜੋ ਰੱਬ ਦੀ ਰਜ਼ਾ ਵਿੱਚ ਤੁਰੇਗਾ ਉਹਦੀ ਉਹ ਪੱਤ ਵੀ ਰੱਖੇਗਾ ਤੇ ਉਹਦੇ ਉਹ ਕਾਰਜ ਵੀ ਸੰਵਾਰੇਗਾ। ਤੇ ਜੋ ਰਜ਼ਾ ਨੂੰ ਫੋਲੋ ਨਹੀਂ ਕਰੇਗਾ ਉਹਦੀ ਪੱਤ ਵੀ ਨਹੀਂ ਰਹੇਗੀ, ਉਹਦੇ ਕਾਰਜ ਵੀ ਨਹੀਂ ਸੰਵਰਨਗੇ, ਸਿਰੇ ਨਹੀਂ ਚੜਨਗੇ। ਮਹਿਲਾ ਤੀਜਾ, ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਹੇ। ਕੁਝ ਸੱਜਣ ਤਿਆਰ ਨੇ ਜਾਣ ਨੂੰ, ਕੁਝ ਚਲੇ ਗਏ ਨੇ ਤੇ ਬਾਕੀ ਦੇ ਰਹਿੰਦੇ ਵੀ ਚਲੇ ਜਾਣ। ਯਾਨੀ ਕੁਝ ਚਲੇ ਗਏ ਨੇ, ਮਰ ਗਏ ਨੇ, ਕੁਝ ਮਰਨ ਲਈ ਤਿਆਰ ਨੇ, ਬਾਕੀ ਰਹਿੰਦਿਆਂ ਨੇ ਵੀ ਮਰ ਜਾਣਾ। ਮੀਨਸ ਕਿ ਸਰੀਰਕ ਮੌਤ ਜਿਹੜੀ ਹੈ ਉਹ ਸਾਰਿਆਂ ਦੀ ਹੋਏਗੀ, ਪਹਿਲੀ ਗੱਲ। ਦੂਜੀ ਗੱਲ, ਜਿਨ੍ਹਾਂ ਨੇ ਸੱਚ ਨੂੰ ਵਿਸਾਰ ਦਿੱਤਾ ਉਹਨਾਂ ਦੀ ਆਤਮਿਕ ਮੌਤ ਹੋ ਗਈ, ਮਰ ਗਏ ਉਹ। ਜਿਹੜੇ ਅੱਜ ਸੱਚ ਨੂੰ ਵਿਸਾਰ ਰਹੇ ਨੇ, ਉਹ ਉਹਨਾਂ ਦੀ ਅੱਜ ਵੀ ਆਤਮਿਕ ਮੌਤ ਹੋ ਰਹੀ ਹੈ। ਤੇ ਜਿਹੜੇ ਆਉਣ ਵਾਲੇ ਸਮੇਂ ਦੇ ਅੰਦਰ ਸੱਚ ਨੂੰ ਵਿਸਾਰਨਗੇ, ਉਹਨਾਂ ਦੀ ਆਤਮਿਕ ਮੌਤ ਵੀ ਹੋ ਜਾਏਗੀ। ਜਿੰਨੀ ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛਤਾਹੇ। ਪਰ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕੀਤੀ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀਵੀ, ਸੇ ਆਏ ਗਏ, ਉਹ ਆਏ ਤੇ ਚਲੇ ਗਏ, ਭਾਵ ਜੰਮੇ ਤੇ ਮਰ ਗਏ। ਪਛਤਾਹੇ ਦਾ ਮਤਲਬ ਪਛਤਾਉਂਦੇ ਰਹੇ ਸਾਰੀ ਜ਼ਿੰਦਗੀ ਦੇ ਵਿੱਚ। ਕੀ ਖੱਟਿਆ? ਪਛਤਾਵਾ। ਜ਼ਿੰਦਗੀ 'ਚ ਐਸੇ ਹੀ ਕਰਮ ਕੀਤੇ ਕਿ ਜੀਵਨ ਵਿੱਚ ਪਛਤਾਵਾ ਹੀ ਹੱਥ ਵਿੱਚ ਆਇਆ, ਕੁਛ ਵੀ ਨਾ ਆਇਆ। ਜ਼ਿੰਦਗੀ ਬੇਕਾਰ ਚਲੀ ਗਈ। ਕੁਛ ਕਰ ਜਾਂਦੀ ਜ਼ਿੰਦਗੀ ਵਿੱਚ, ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਹੈ ਕਿ ਦੋ ਕੰਮ ਐਸੇ ਨੇ, ਉਹਨਾਂ ਚੋਂ ਜੇ ਅਸੀਂ ਇੱਕ ਕੰਮ ਵੀ ਕਰ ਜਾਈਏ ਤਾਂ ਜ਼ਿੰਦਗੀ ਸਫਲੀ ਹੋ ਸਕਦੀ ਹੈ। ਜਾਂ ਤੇ ਕੁਛ ਐਸਾ ਕਰ ਜਾਓ ਕਿ ਤੁਹਾਡੇ ਜਾਣ ਤੋਂ ਬਾਅਦ, ਮਰਨ ਤੋਂ ਬਾਅਦ ਲੋਕ ਤੁਹਾਡੇ ਬਾਰੇ ਲਿਖਦੇ ਰਹਿਣ, ਇੰਨੀ ਚੰਗੀ ਜ਼ਿੰਦਗੀ ਜੀ ਜਾਓ। ਕੁਛ ਐਸਾ ਕਰ ਜਾਓ ਕਿ ਲੋਕ ਲਿਖਦੇ ਰਹਿਣ। ਤੇ ਜਾਂ ਫਿਰ ਕੁਛ ਐਸਾ ਲਿਖ ਜਾਓ ਕਿ ਤੁਹਾਡੇ ਜਾਣ ਤੋਂ ਬਾਅਦ ਲੋਕ ਪੜ੍ਹਦੇ ਰਹਿਣ ਤੇ ਉਹ ਜੀਵਨ ਦੀ ਸੇਧ ਲੈਂਦੇ ਰਹਿਣ। ਤੇ ਜਿਨਨੇ ਇਹਨਾਂ ਦੋਵਾਂ ਚੋਂ ਕੁਛ ਵੀ ਨਹੀਂ ਕੀਤਾ, ਤਾਂ ਫਿਰ ਅਗਲੀ ਗੱਲ ਤੇ ਅਸੀਂ ਸਮਝ ਸਕਦੇ ਨਾ ਵੀ ਆਏ ਤੇ ਉਹ ਚਲੇ ਗਏ, ਕੁਛ ਖੱਟੀ ਨਹੀਂ ਖੱਟੀ। ਇਸ ਜ਼ਿੰਦਗੀ ਵਿੱਚ ਅਸੀਂ ਜਨਮ ਲਿਆ, ਈਰਖਾ, ਦਵੈਸ਼, ਵੈਰ, ਵਿਰੋਧ, ਕੀਨਾ, ਸਾੜਾ, ਹੰਕਾਰ, ਐਵੇਂ ਹੀ ਜ਼ਿੰਦਗੀ ਜੀਂਦੇ ਕਿ ਦੱਸੋ ਇਹਦਾ ਲਾਭ ਕੀ? ਖਾਮ-ਖਾ ਹੀ ਬੰਦਾ ਆਫਰਿਆ ਫਿਰਦਾ ਹੈ, ਮੈਂ ਦੂਜੇ ਨੂੰ ਨੀਵਾਂ ਵਿਖਾਉਣਾ ਹੈ, ਉਹਨੇ ਮੈਨੂੰ ਫਤਿਹ ਨਹੀਂ ਬੁਲਾਈ ਤੇ ਹੁਣ ਇਸ ਤੋਂ ਬਾਅਦ ਮੈਂ ਵੀ ਫਤਿਹ ਨਹੀਂ ਬੁਲਾਣੀ, ਮੈਂ ਬਦਲਾ ਲੈਣਾ ਹੈ, ਫਲਾਂ ਕਰਨਾ ਹੈ। ਐਵੇਂ ਹੀ ਖਾਮ-ਖਾ ਪਛਤਾਵਾ ਹੋਏਗਾ ਇਸ ਜ਼ਿੰਦਗੀ ਦਾ। ਇਸ ਲਈ ਚੰਗੀ ਜ਼ਿੰਦਗੀ, ਸੱਚ, ਦਇਆ, ਪਿਆਰ, ਮੁਹੱਬਤ, ਨਿਮਰਤਾ ਵਾਲੀ ਜ਼ਿੰਦਗੀ ਜੀਓ ਜਿਹਦੇ ਨਾਲ ਪਛਤਾਵਾ ਨਾ ਹੋਵੇ। ਪਰ ਜਿਹੜੇ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰਦੇ, ਗਿਆਨ ਦੀ ਸਹੀ ਵਰਤੋਂ ਨਹੀਂ ਕਰਦੇ, ਗੁਰਮਤ ਨੂੰ ਫੋਲੋ ਨਹੀਂ ਕਰਦੇ, ਉਹ ਆਉਂਦੇ ਨੇ, ਚਲੇ ਜਾਂਦੇ ਨੇ ਔਰ ਪਛਤਾਵਾ ਲੈ ਜਾਂਦੇ ਨੇ। ਜ਼ਿੰਦਗੀ ਵਿੱਚ ਪੱਲੇ ਕੱਖ ਨਹੀਂ ਪੈਂਦਾ। ਨਾਨਕ ਸੱਚ ਰਤੇ ਸੇ ਨਾ ਵਿਛੁੜਹਿ, ਸਤਿਗੁਰ ਸੇਵ ਸਮਾਹੇ। ਜੋ ਮਨੁੱਖ ਸੱਚੇ ਸੱਚ ਰਤੇ, ਸੱਚ ਦੇ ਅੰਦਰ ਜੋ ਰੰਗੇ ਗਏ ਨੇ, ਸੇ ਨਾ ਵਿਛੁੜੇ, ਉਹ ਕਦੇ ਵੀ ਨਹੀਂ ਵਿਛੁੜਦੇ। ਸੱਚ ਨਾਲੋਂ ਫਿਰ ਵਿਛੁੜਦੇ ਨੇ ਜਿਹੜੇ ਸੱਚ ਦੇ ਵਿੱਚ ਰੰਗੇ ਗਏ, ਜਿਨ੍ਹਾਂ ਦੀ ਸੁਰਤ, ਸੋਚ ਸੱਚ ਅੰਦਰ ਸਮਾ ਗਈ, ਉਹ ਕਿਵੇਂ ਵਿਛੜਨਗੇ? ਇੱਕ ਪਾਣੀ ਜਿਹੜਾ ਹੈ ਕਿਸੇ ਦਰਿਆ ਦਾ ਸਮੁੰਦਰ ਵਿੱਚ ਪੈ ਗਿਆ ਤੇ ਹੁਣ ਉਸ ਪਾਣੀ ਨੂੰ ਵੱਖਰਾ ਕਿਵੇਂ ਕਰੋਗੇ? ਤੁਹਾਡੇ ਪਾਣੀ ਦੀ ਇੱਕ ਬੋਤਲ ਹੈ ਤੇ ਉਹ ਬੋਤਲ ਤੁਸੀਂ ਸਮੁੰਦਰ ਦੇ ਵਿੱਚ ਡੋਲ ਦਿੱਤੀ ਤੇ ਹੁਣ ਵਾਪਸ ਕਿਵੇਂ ਭਰੋਗੇ ਉਸ ਬੋਤਲ ਨੂੰ? ਯਾਨੀ ਸੇਮ ਪਾਣੀ, ਜਿਹੜਾ ਪਾਣੀ ਬੋਤਲ ਚੋਂ ਡੋਲਿਆ ਸੀ, ਸੇਮ ਪਾਣੀ ਕਿਵੇਂ ਬਾਹਰ ਕੱਢੋਗੇ? ਕੱਢਣ ਦਾ ਕੋਈ ਸਾਧਨ ਨਹੀਂ।
ਤੇ ਜਿਹੜੀ ਸੋਚ ਸੱਚ ਦੇ ਅੰਦਰ ਮਿਲ ਗਈ ਫਿਰ ਉਹ ਵਿਛੜਦੀ ਨਹੀਂ ਹੈ। ਜੋ ਰੱਬ ਵਿੱਚ ਮਿਲ ਗਏ ਫਿਰ ਕਦੇ ਨਹੀਂ ਵਿਛੜਦੇ। ਸਤਿਗੁਰ ਸੇਵ ਸਮਾਹੇ, ਪਰ ਰੱਬ ਦੇ ਵਿੱਚ ਸਮਾਇਆ ਕਿਵੇਂ ਜਾਂਦਾ ਹੈ? ਸਤਿਗੁਰ ਸੇਵ, ਗੁਰੂ ਦੀ ਸੇਵਾ ਕਰਕੇ, ਗੁਰੂ ਦੀ ਕਾਰ ਕਰਕੇ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਕੇ ਜੋ ਸੱਚ ਦੇ ਅੰਦਰ ਰੰਗੇ ਗਏ, ਉਹ ਸੱਚ ਦੇ ਅੰਦਰ ਸਦਾ ਲਈ ਸਮਾ ਗਏ, ਫਿਰ ਉਹ ਕਦੇ ਵੀ ਨਹੀਂ ਵਿਛੜਦੇ। ਉਹਨਾਂ ਨੂੰ ਸੱਚ ਨਾਲੋਂ ਵੱਖਰਿਆਂ ਕੀਤਾ ਨਹੀਂ ਜਾ ਸਕਦਾ। ਉਹਨਾਂ ਨੂੰ ਆਰਿਆਂ ਨਾਲ ਚੀਰ ਕੇ ਸਰੀਰ ਦੇ ਦੋ ਟੁਕੜੇ ਕੀਤੇ ਜਾ ਸਕਦੇ ਨੇ, ਸੱਚ ਨਾਲੋਂ ਦੂਰ ਨਹੀਂ ਕੀਤਾ ਜਾ ਸਕਦਾ। ਉਹਨਾਂ ਦੇ ਬੱਚਿਆਂ ਦੇ ਟੁਕੜੇ ਕਰਕੇ ਗਲਿਆਂ 'ਚ ਹਾਰ ਪਾਏ ਜਾ ਸਕਦੇ ਨੇ, ਪਰ ਉਹਨਾਂ ਨੂੰ ਸੱਚ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਪੌੜੀ, ਤਿਸ ਮਿਲੀਏ ਸਤਿਗੁਰ ਸੱਜਣੈ, ਜਿਸ ਅੰਤਰ ਹਰ ਗੁਣਕਾਰੀ। ਗੁਣਕਾਰੀ ਦਾ ਮਤਲਬ ਗੁਣਾਂ ਦਾ ਸੋਮਾ। ਉਸ ਪਿਆਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ ਜਿਹਦੇ ਅੰਦਰ ਗੁਣਾਂ ਦਾ ਸੋਮਾ ਰੱਬ ਵਸ ਰਿਹਾ ਹੈ। ਉਸ ਗੁਰੂ ਨੂੰ ਮਿਲੋ। ਐਸੇ ਗੁਰੂ ਨੂੰ ਨਾ ਮਿਲੋ ਜਿਹੜਾ ਕਰਮ ਕਾਂਡਾਂ ਦੇ ਵਿੱਚ ਫਸਾ ਦੇਵੇ, ਜਿਹੜਾ ਸਾਨੂੰ ਸੱਚ ਨਾਲੋਂ ਤੋੜ ਦੇਵੇ। ऐसे भी गुरु बहुत तुरे फिरते ने, काछे गुर ते मुकत ना हुआ, बामन गुरु है जगत का, भगतन का गुरु ना है, अर्ज उर्ज के पच मुआ। ਤਾਂ ਉਸ ਪਿਆਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ ਜਿਹਦੇ ਹਿਰਦੇ ਵਿੱਚ ਗੁਣਾਂ ਦਾ ਸੋਮਾ ਪ੍ਰਭੂ ਆਪ ਵਸਦਾ ਹੈ। ਇਸ ਮਿਲੀਏ ਸਤਿਗੁਰ ਪ੍ਰੀਤਮੈ, ਜਿਨ ਹੋਮੈ ਵਿੱਚ ਹੁਮਾਰੀ। ਉਸ ਪ੍ਰੀਤਮ ਸਤਿਗੁਰ ਦੀ ਸ਼ਰਨੀ ਪੈਣਾ ਚਾਹੀਦਾ ਹੈ ਜੋ ਸਾਡੇ ਅੰਦਰੋਂ ਹਉਮੈ ਨੂੰ ਮਾਰ ਦਿੰਦਾ, ਜਿਹੜਾ ਸਾਡੇ ਅੰਦਰੋਂ ਹਉਮੈ ਨੂੰ ਖਤਮ ਕਰ ਦਿੰਦਾ। ਅਸੀਂ ਪਾਵਨ ਬਾਣੀ ਦੇ ਵਿੱਚ ਪੜ੍ਹਦੇ ਹਾਂ ਨਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇੰਦਾ, ਕੱਟੇ ਹਉਮੈ ਰੋਗ। ਹਉਮੈ ਦੇ ਰੋਗ ਕੱਟ ਦਿੰਦਾ, ਕਿਉਂਕਿ ਗੁਰੂ ਵਿੱਚ ਆਪਣੇ ਵਿੱਚ ਹਉਮੈ ਨਹੀਂ ਹੈ, ਸਾਡੀ ਵੀ ਹਉਮੈ ਕੱਟ ਦਿੰਦਾ ਹੈ। ਐਸੇ ਗੁਰੂ ਨੂੰ ਮਿਲਣਾ ਚਾਹੀਦਾ। ਸੋ ਸਤਿਗੁਰ ਪੂਰਾ ਧਨ ਧਨ ਹੈ, ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ। ਸ੍ਰਿਸ਼ਟ ਸਵਾਰੀ ਦਾ ਮਤਲਬ ਸ੍ਰਿਸ਼ਟੀ ਸੁਧਾਰ ਦਿੱਤੀ, ਦੁਨੀਆ ਸੁਧਾਰ ਦਿੱਤੀ। ਉਹ ਸਤਿਗੁਰ ਧਨ ਹੈ ਜਿਨਨੇ ਰੱਬੀ ਰਜਾ ਵਿੱਚ ਤੁਰਨ ਦੀ ਸਿੱਖਿਆ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਸੋਹਣਾ ਬਣਾ ਦਿੱਤਾ। ਸਾਰੀ ਸ੍ਰਿਸ਼ਟੀ ਨੂੰ ਮਤਲਬ ਸਾਰੀ ਉਹ ਲੁਕਾਈ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਚਲੀ ਗਈ, ਉਸ ਸ੍ਰਿਸ਼ਟੀ ਨੂੰ, ਉਸ ਲੁਕਾਈ ਨੂੰ ਸੋਹਣਾ ਬਣਾ ਦਿੱਤਾ। ਉਹ ਲੁਕਾਈ ਸੋਹਣੀ ਬਣ ਗਈ। ਔਰ ਹਕੀਕਤ ਇਹ ਹੈ ਕਿ ਜਿਹੜੀ ਆ ਲੁਕਾਈ ਸੋਹਣੀ ਬਣੀ ਹੈ ਨਾ, ਅੱਜ ਜਿੰਨੀਆਂ ਵੀ ਵਿਗਿਆਨ ਦੀਆਂ ਖੋਜਾਂ ਹੋਈਆਂ ਨੇ ਜਾਂ ਹੋਰ ਲੋਕ ਵਿਕਾਸ ਕਰ ਰਹੇ ਨੇ, ਇਹ ਸਭ ਰੱਬੀ ਰਜਾ ਦੇ ਵਿੱਚ ਹੋਇਆ ਹੈ, ਸਿਸਟਮ ਨੂੰ ਸਮਝਣ ਕਰਕੇ। ਤਾਂ ਗੁਰੂ ਧੰਤਾ ਯੋਗ ਹੈ ਜਿਸ ਨੇ ਇਹ ਉਪਦੇਸ਼ ਕੀਤਾ ਕਿ ਸਾਰਾ ਕੁਝ ਰੱਬੀ ਰਜਾ ਦੇ ਵਿੱਚ ਹੋ ਰਿਹਾ ਹੈ। ਐਸੇ ਗੁਰੂ ਨੂੰ ਧੰਨ ਧੰਨ ਕਹਿਣਾ ਚਾਹੀਦਾ। ਐਸੇ ਗੁਰੂ ਦੇ ਚਰਨਾਂ ਦੀ ਸ਼ਰਨ ਲੈਣੀ ਚਾਹੀਦੀ। ਨਿਤ ਜਪਿਓ ਸੰਤੋ ਰਾਮ ਨਾਮ, ਭੌਜਲ ਬਿਖ ਤਾਰੀ। ਜਪਿਓ ਦਾ ਮਤਲਬ ਜਪੋ, ਤੇ ਜਪੋ ਦਾ ਮਤਲਬ ਜਾਣੋ। ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣੀ। ਰਾਮ ਨਾਮ ਦਾ ਮਤਲਬ ਰੱਬੀ ਗੁਣਾਂ ਦੇ ਨਾਲ, ਸਿਫਤ ਸਲਾਹ ਦੇ ਨਾਲ, ਰੱਬੀ ਹੁਕਮ ਦੇ ਨਾਲ। ਇਹ ਰੱਬ ਦੇ ਪਿਆਰਿਓ, ਰੱਬੀ ਗੁਣਾਂ ਦੇ ਨਾਲ ਸਾਂਝ ਪਾਓ, ਰੱਬ ਦੀ ਸਿਫਤ ਸਲਾਹ ਕਰੋ। ਭੌਜਲ ਬਿਖ ਤਾਰੀ, ਇਹ ਸੰਸਾਰ ਸਾਗਰ ਤੋਂ ਪਾਰ ਕਰਨ ਵਾਲਾ ਹੈ ਰੱਬ ਦਾ ਹੁਕਮ, ਰੱਬ ਦੀ ਸਿਫਤ ਸਲਾਹ। ਸੰਸਾਰ ਸਾਗਰ ਤੋਂ ਪਾਰ ਕਰਨ ਵਾਲੀ ਹੈ, ਜ਼ਹਿਰੀਲੇ ਸੰਸਾਰ ਸਾਗਰ ਤੋਂ, ਬਿਖ ਤੋਂ, ਜ਼ਹਿਰ ਤੋਂ, ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ। ਗੁਰ ਪੂਰੇ ਹਰ ਉਪਦੇਸ਼ਿਆ, ਗੁਰ ਵਿਟੜਿਓ ਹੋਂ ਸਦ ਵਾਰੀ। ਵਿਟੜਿਓ ਦਾ ਮਤਲਬ ਤੋਂ, ਉਪਦੇਸ਼ਿਆ ਦਾ ਮਤਲਬ ਨੇੜੇ ਦਿਖਾਇਆ ਹੈ। ਹੱਥ ਆਦਿਕ ਦੇ ਇਸ਼ਾਰੇ ਦੇ ਨਾਲ ਵਿਖਾਉਣਾ। ਉਪਦੇਸ਼, ਨੇੜੇ, ਉਪਦੇਸ਼ ਨੇੜੇ ਦਿਖਾ ਦੇਣਾ। ਉਪਦੇਸ਼ਿਆ ਦਾ ਮਤਲਬ ਨੇੜੇ ਵਿਖਾਣਾ। ਤਾਂ ਆਪਣੇ ਸਤਿਗੁਰ ਤੋਂ ਮੈਂ ਸਦਕੇ ਜਾਂਦਾ ਹਾਂ। ਪੂਰੇ ਸਤਿਗੁਰ ਨੇ ਰੱਬ ਮੈਨੂੰ ਨੇੜੇ ਵਿਖਾ ਦਿੱਤਾ ਹੈ। ਉਪਦੇਸ਼ਿਆ, ਉਪ ਦਾ ਮਤਲਬ ਨੇੜੇ, ਤੇ ਉਪਦੇਸ਼ ਦਾ ਮਤਲਬ ਨੇੜੇ ਵਿਖਾ ਦੇਣਾ, ਦਿਸ਼ ਦ੍ਰਿਸ਼ਟ ਵਿਖਾਣਾ। ਤਾਂ ਆਪਣੇ ਸਤਿਗੁਰ ਤੋਂ ਮੈਂ ਸਦਕੇ ਜਾਂਦਾ ਹਾਂ। ਪੂਰੇ ਸਤਿਗੁਰ ਨੇ ਮੈਨੂੰ ਰੱਬ ਨੇੜੇ ਵਿਖਾ ਦਿੱਤਾ ਹੈ। ਨਹੀਂ ਤੇ ਰੱਬ ਨੂੰ ਲੋਕ ਦੂਰ ਸਮਝ ਰਹੇ ਸੀ ਨਾ, ਕਿ ਉੱਤੇ ਬੈਠਾ ਹੈ, ਕਈ ਜਨਮ ਲੱਗਣਗੇ,
ਫਿਰ ਵੀ ਮਿਲੇ ਨਾ ਮਿਲੇ ਕੋਈ ਗਾਰੰਟੀ ਨਹੀਂ ਹੈ। ਪਰ ਗੁਰੂ ਜੀ ਕਹਿੰਦੇ ਨੇ ਮੈਂ ਗੁਰੂ ਤੋਂ ਬਲਿਹਾਰ ਹਾਂ, ਜਿਹਨੇ ਰੱਬ ਮੈਨੂੰ ਨੇੜੇ ਵਿਖਾ ਦਿੱਤਾ ਵੀ ਦੂਰ ਨਹੀਂ ਬੈਠਾ, ਤੇਰੇ ਅੰਦਰ ਵਸਦਾ ਹੈ, ਬਾਹਰ ਵਸਦਾ ਹੈ, ਜਲਾਂ ਵਿੱਚ, ਥਲਾਂ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਵਨਸਪਤੀ ਵਿੱਚ, ਜੀਵ ਜਨਤਾ ਦੇ ਅੰਦਰ ਥਾਂ ਥਾਂ ਤੇ ਸਮਾਇਆ ਹੋਇਆ ਹੈ। ਤੂੰ ਉਸ ਰੱਬ ਨਾਲੋਂ ਵੱਖਰਾ ਨਹੀਂ, ਤੂੰ ਉਹਦੀ ਹੀ ਅੰਸ਼ ਹੈ, ਉਹਦਾ ਹੀ ਰੂਪ ਹੈ। ਔਰ ਕਿੰਨੀ ਅਜੀਬ ਗੱਲ ਹੈ ਨਾ ਕਿ ਰੱਬ ਜਗਤ ਦੇ ਕਣ ਕਣ ਵਿੱਚ ਵਸਦਾ ਹੋਵੇ ਤੇ ਬੰਦੇ ਨੂੰ ਦ੍ਰਿਸ਼ਟੀ ਨਾ ਆਵੇ ਜਾਂ ਉਹਦੇ ਨਾਲ ਸੰਬੰਧ ਨਾ ਬਣਾਏ। ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ, ਸੋ ਪ੍ਰਭ ਚਿਤ ਨਾ ਆਵਈ। ਕਿਤੜਾ ਦੁੱਖ ਗਣਾ, ਕਿਹੜਾ ਵੱਡਾ ਦੁੱਖ ਹੈ ਕਿ ਉਹ ਚਿੱਤ ਵਿੱਚ ਹੀ ਨਾ ਹੋਵੇ ਜਿਹੜਾ ਜਲਾਂ ਥਲਾਂ ਦੇ ਅੰਦਰ ਸਮਾਇਆ ਹੋਇਆ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਕੁਰਬਾਨ ਵਾਰਨੇ ਸਦਕੇ ਹਾਂ ਉਸ ਆਪਣੇ ਗੁਰੂ ਤੋਂ, ਜਿਨਨੇ ਮੈਨੂੰ ਪ੍ਰਭੂ ਨਜ਼ਦੀਕ ਵਿਖਾ ਦਿੱਤਾ ਔਰ ਮੈਨੂੰ ਉਸ ਪ੍ਰਭੂ ਦੇ ਅੰਦਰ ਲੀਨ ਕਰ ਦਿੱਤਾ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਆਪ ਸਵਾਲ ਕਰ ਸਕਦੇ ਹੋ, ਔਰ ਜੇ ਕਿਸੇ ਵੀਰ ਨੇ ਅੱਜ ਦੀ ਵਿਚਾਰ ਬਾਰੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਅਨਮਿਊਟ ਹੋ ਕੇ ਵਿਊਜ਼ ਦੇ ਸਕਦੇ ਹੋ। ਕਲਾਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।